मैं नाही, कछ हाओ नहीं, किछ आहे ना मूरा। अवसर लज्जा राख लेह, सधना जन तोरा। धर्मां दे ठांडे दरबार, तुझ बिन सुरत करै को मेरी। दर्शन दीजै खोल किवार। सतनाम श्री वाहिगुरु साहिब जीओ। वडहंस महला चौथा। हर आपे पुरख निरंजन सोई राम। हर आपे मिलै करै सो होई राम। हर आपे पुरख निरंजन सोई राम। हर आपे मिलै करै सो होई राम। जो हर प्रभ भावै सोई होवै। आवर न करना जाई। बहुत सियाणप लया न जाई। कर थाके सब चतुराई। गुर प्रसाद जन नानक दिखिया। मैं हर बिन अवर ना कोई। हर आपे पुरख निरंजन सोई। गुर प्रसाद जन नानक देखिया। मैं हर बिन अवर ना कोई। हर आपे पुरख निरंजन सोई। वाहिगुरु जी का खालसा, वाहिगुरु जी की फतेह। सतगुरु पातशाह साहब जी दे पावन दरबार दीयां हाज़रियां भरदिया गुरु पातशाह साहब जी दे अपने ही निज पावन स्वरूप शब्द नाल चित ला के जद आप सावधान ते इकाग्र चीत होए जुड़ मिल बैठे हो पातशाह गुरुदेव जी दियां बेअंत महरहमतां ते वडियाइयां जो सत संगत विच वरतदियां ने। आप उन्हां दे सांझी ते धारणी होइओ। किरपालता करना, अपने निर्मल हिरदे चों अरदास करना जो गुरु पातशाह साहब जी रहमत करन। पावन शब्द दी विचार बोलण दा ताण ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ।
ਸੰਪੂਰਨ ਰਹਿਣ ਆਪਣੇ ਹੀ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ। ਤੇ ਇਸ ਵਕਤ ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕਰਦਿਆਂ ਹੋਇਆ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਮਹਾਰਾਜ ਦੀ ਕਿਰਪਾ ਹੋਈਏ ਹਰ ਰੋਜ਼ ਦੀ ਤਰ੍ਹਾਂ ਸਾਡੇ ਵਾਸਤੇ ਬਖਸ਼ਿਸ਼ ਦਾ ਦਰ ਖੁੱਲ੍ਹੇ, ਉਪਦੇਸ਼ ਪ੍ਰਾਪਤ ਹੋਏ। ਤੇ ਮਹਾਰਾਜ ਨੇ ਅੱਜ ਸਾਨੂੰ ਉਪਦੇਸ਼ ਦਿੱਤਾ ਹੈ ਕਿ ਭਾਈ ਜੀਵਨ ਦੀ ਯਾਤਰਾ ਕਰਦਿਆਂ ਹਰ ਕੋਈ ਜੀ ਅੰਮ੍ਰਿਤ ਤੱਤ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਅੰਮ੍ਰਿਤ ਤੋਂ ਪ੍ਰਾਪਤ ਕਰਨਾ ਸਾਡਾ ਹੱਕ ਵੀ ਹੈ ਤੇ ਸਾਡੀ ਖੁਆਹਿਸ਼ ਵੀ ਹੈ, ਪਰ ਪ੍ਰਾਪਤ ਕਿਵੇਂ ਹੋਵੇ? ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਜਿਹਨੂੰ ਸੱਚ ਵੀ ਕਹਿੰਦੇ ਨੇ, ਸੁਚਮਤਾ ਚਾਹੀਦੀ ਹੈ। ਸਿਆਣੇ ਕਹਿੰਦੇ ਨਾ ਕਿ ਸੁੱਚ ਹੋਏਗੀ ਤਾਂ ਸੱਚ ਮਿਲੇਗਾ। ਤੇ ਇਹ ਕਿਹੜੀ ਸੁਚਮਤਾ ਹੋਵੇ? ਇਹ ਵਿਚਾਰ ਤੇ ਸੰਸਾਰ 'ਚ ਪ੍ਰਚਲਿਤ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਸੁੱਚੇ ਹੋਣਾ ਲਾਜ਼ਮੀ ਕਰਾਰ ਹੈ। ਤਾਈਂ ਤਾਂ ਲੋਕ ਦਿਹਾੜੇ 'ਚ ਪਤਾ ਨਹੀਂ ਕਿਤਨੀ ਵਾਰ ਇਸ਼ਨਾਨ ਕਰ ਬੈਠੇ, ਸਵੇਰ ਤੋਂ ਦੁਪਹਿਰ ਤੱਕ ਜਿੱਥੇ ਵੀ ਗਏ ਇਸ਼ਨਾਨ ਕਰ ਲਓ, ਇਸ਼ਨਾਨ ਕਰ ਲਓ। ਐਸੇ ਲੋਕ ਬੈਠੇ ਨੇ, ਉਹਨਾਂ ਦੇ ਨਾਲ ਅਸੀਂ ਸਧਾਰਨ ਵਿਅਕਤੀ 2 ਦਿਨ ਨਹੀਂ ਰਹਿ ਪਾਵਾਂਗੇ। ਬਾਰੰਬਾਰ ਇਸ਼ਨਾਨ ਹੀ ਇਸ਼ਨਾਨ। ਖਿਆਲ ਇਹ ਬਣਿਆ ਕਿ ਸ਼ਾਇਦ ਸੁੱਚੇ ਹੋਣ ਰੱਬ ਮਿਲਦਾ ਹੈ, ਤਾਂ ਖਿਆਲ ਵੱਧਦਾ ਵੱਧਦਾ ਖਬਤ ਤੱਕ ਪਹੁੰਚ ਗਿਆ ਤੇ ਉਹ ਪਾਖੰਡ ਬਣ ਗਿਆ। ਪਰ ਜਦੋਂ ਪਤਾ ਲੱਗਾ ਕਿ ਇੱਦਾਂ ਤਾਂ ਮਿਲਣਾ ਹੀ ਕੁਛ ਨਹੀਂ। ਜਗਤ ਗੁਰੂ ਨਾਨਕ ਪਾਤਸ਼ਾਹ ਸਾਹਿਬ ਕਹਿੰਦੇ ਨੇ ਕਿ ਪਿਆਰਿਓ, ਪਰਮਾਤਮਾ ਸਰੀਰ ਦੀ ਸੁਚਮਤਾ ਨਾਲ ਨਹੀਂ ਮਿਲਦਾ। ਹਾਂ, ਸਰੀਰ ਦੀ ਸੁਚਮਤਾ ਦਾ ਮਤਲਬ ਇੱਕ ਆਪਣੇ ਥਾਂ 'ਤੇ ਨਿਰਧਾਰਤ ਹੈ ਕਿ ਠੀਕ ਸਾਫ ਸੁਥਰਾ ਰੱਖੋ, ਇਸ਼ਨਾਨ ਪਾਨ ਕੀਤਾ ਹੋਵੇ, ਤੰਦਰੁਸਤੀ ਵਾਸਤੇ ਚੰਗਾ ਹੈ। ਪਰ ਪ੍ਰਮਾਤਮਾ ਦਾ ਸੰਬੰਧ ਤੇ ਨਿਰਮਲ ਮਨ ਦੇ ਨਾਲ ਹੈ ਨਾ, ਆਤਮਾ ਦੇ ਨਾਲ ਹੈ। ਤੇ ਆਤਮਾ ਚੇਤਨ ਹੁੰਦੀ ਹੈ ਨਿਰਮਲ ਮਨ ਦੇ ਸਦਕੇ। ਇਸ ਕਰਕੇ ਸਾਨੂੰ ਇੱਥੇ ਬੈਠ ਕੇ ਅੰਦਰੂਨੀ ਸੁਚਮਤਾ ਚਾਹੀਦੀ ਹੈ। ਤੇ ਅੰਦਰੂਨੀ ਸੁਚਮਤਾ ਵਾਸਤੇ ਸਾਨੂੰ ਅੰਦਰੂਨੀ ਪੱਖ 'ਤੇ ਹੀ ਕੰਮ ਕਰਨਾ ਪੈਣਾ ਨਾ। ਜਿਵੇਂ ਬਾਹਰਲੀ ਸੁਚਮਤਾ ਲਈ ਬਾਹਰ ਇਸ਼ਨਾਨ ਪਾਨ ਕੀਤੇ ਨੇ, ਅੰਦਰੂਨੀ ਸੁਚਮਤਾ ਲਈ ਅੰਦਰੂਨੀ ਇਸ਼ਨਾਨ ਪਾਨ ਕਰਨਾ ਪੈਣਾ। ਤੇ ਅੰਦਰੂਨੀ ਇਸ਼ਨਾਨ ਜਿਹੜਾ ਵਿਚਾਰ ਵਿੱਚ ਹੁੰਦਾ ਹੈ, ਮਨ ਦਾ ਇਸ਼ਨਾਨ ਵਿਚਾਰ ਵਿੱਚ ਹੁੰਦਾ ਹੈ। ਤਨ ਦਾ ਇਸ਼ਨਾਨ ਪਾਣੀ 'ਚ ਹੋ ਜਾਏਗਾ। ਸਾਡੇ ਵਡੇਰੇ ਗੁਰਮੁਖ ਇੰਝ ਸਮਝਾਉਂਦੇ ਸੀ ਕਿ ਭਾਈ ਤਨ ਦਾ ਇਸ਼ਨਾਨ ਬਾਣੀ ਵਿੱਚ ਤੇ ਮਨ ਦਾ, ਖਿਮਾ ਕਰਨਾ, ਤਨ ਦਾ ਇਸ਼ਨਾਨ ਪਾਣੀ 'ਚ ਤੇ ਮਨ ਦਾ ਬਾਣੀ ਵਿੱਚ। ਕਿਉਂਕਿ ਬਾਣੀ ਵਿਚਾਰ ਹੈ। ਬਾਣੀ ਕੋਈ ਪੂਜਣ ਵਾਸਤੇ ਸਾਧਨ ਨਹੀਂ ਹੈ ਕਿ ਭਾਈ ਅਸੀਂ ਹਾਂ ਇਹਨੂੰ ਇੱਦਾਂ ਪੂਜਾ ਕਰਾਂਗੇ। ਬਾਣੀ ਪੂਜਣ ਦਾ ਸਾਧਨ ਨਹੀਂ ਹੈ, ਬਾਣੀ ਵਿਚਾਰ ਹੈ। ਤੇ ਵਿਚਾਰ ਜਿਹੜਾ ਹੁੰਦਾ ਹੈ ਉਹ ਮਨ ਨੂੰ ਸ਼ੁੱਧ ਕਰਦਾ ਹੈ। ਇਸੇ ਕਰਕੇ ਇੱਥੇ ਕਹਿੰਦੇ ਨੇ ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ। ਇਸ ਵਚਨ ਵੀ ਇੱਥੇ ਨਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਇੱਥੇ ਆਪਾਂ ਹੁਣ ਤਨ ਧੋਣ ਥੋੜ੍ਹਾ ਬੈਠੇ ਆ, ਇੱਥੇ ਮਨ ਦੀ ਧੁਲਾਈ ਲਈ ਬੈਠੇ ਆ। ਕਿਤਨਾ ਹੋ ਸਕੇਗਾ ਸਾਡਾ ਆਪੋ ਆਪਣਾ। ਜਿਤਨਾ ਕੁ ਸਾਡੇ ਮਨ ਵਿੱਚ ਆਪਣੇ ਗੁਰੂ ਦੇ ਪ੍ਰਤੀ ਪ੍ਰੇਮ ਹੋਏਗਾ, ਉਤਨੀ ਹੀ ਸ਼ਿੱਦਤ ਦੇ ਨਾਲ ਅਸੀਂ ਇੱਥੇ ਬੈਠਾਂਗੇ। ਜਿਤਨਾ ਕਿਸੇ ਮਨੁੱਖ ਦੇ ਮਨ ਵਿੱਚ ਹਉਮੈ ਦਾ ਪ੍ਰਭਾਵ ਹੋਏਗਾ, ਉਤਨਾ ਹੀ ਉਹ ਆਕੜ ਕੇ ਆਪਣੇ ਆਪ ਨੂੰ ਸਾਬਤ ਕਰਦਾ ਹੋਇਆ ਬੈਠੇਗਾ। ਬੈਠੇ ਤੇ ਦੋਨੋਂ ਮਨੁੱਖ ਹੋਣਗੇ, ਪਰ ਇੱਕ ਪ੍ਰੇਮ ਦੇ ਵਿੱਚ ਨਿਹੁੜਿਆ ਹੋਏਗਾ, ਇੱਕ ਪ੍ਰੇਮ ਦੇ ਵਿੱਚ ਰੰਗਿਆ ਹੋਏਗਾ। ਉਹ ਮਨ ਕਰਕੇ ਬਾਣੀ ਨਾਲ ਜੁੜਨ ਦਾ ਯਤਨ ਕਰ ਰਿਹਾ ਹੋਏਗਾ, ਇੱਕ ਸੰਸਾਰ ਦੀ ਮਾਇਆ ਕਰਕੇ ਆਕੜਿਆ ਹੋਏਗਾ। ਉਹ ਬਾਹਰਲੇ ਲੋਕਾਂ 'ਤੇ ਪ੍ਰਭਾਵ ਪਾਏਗਾ। ਦੇਖੋ ਜੀ, ਮੈਂ ਬੈਠਾ ਹਾਂ, ਤੁਸੀਂ ਆਏ, ਦੇਖਿਆ ਮੈਂ ਸਾਹਮਣੇ ਬੈਠਾ ਸੀ, ਮੈਂ ਇੱਥੇ ਬੈਠਾ ਸੀ, ਮੈਂ ਉੱਥੇ ਬੈਠਾ ਸੀ। ਉਹਦਾ ਧਿਆਨ ਹਰ ਇੱਕ ਆਏ ਵਿਅਕਤੀ ਦੇ ਨਾਲ ਨਜ਼ਰ ਮਿਲਾਉਣਾ ਹੋਏਗਾ, ਹਰ ਇੱਕ ਵਿਅਕਤੀ ਦੇ ਨਾਲ ਦੁਆ ਸਲਾਮ ਕਰੇਗਾ, ਕਿਉਂਕਿ ਉਹਨੇ ਦੱਸਣਾ ਹੈ ਭਾਈ ਮੈਂ ਹੈਗਾ ਸੀ। ਪਰ ਜਿਤਨਾ ਪ੍ਰੇਮ ਵੱਧਦਾ ਜਾਏਗਾ ਉਤਨਾ ਛੁਪਦਾ ਜਾਏਗਾ। ਭਾਈ ਸਾਹਿਬ ਵੀਰ ਸਿੰਘ ਤੇ ਤਾਂ ਕਹਿੰਦੇ ਨੇ ਮੇਰੀ ਛੁਪੇ ਰਹਿਣ ਦੀ ਚਾਹ ਹੈ। ਅਸੀਂ ਛੁਪੇ ਰਹੀਏ, ਪਤਾ ਕਿਉਂ? ਜਿਤਨੇ ਛੁਪ ਜਾਵਾਂਗੇ ਸੰਸਾਰ ਤੋਂ, ਉਨੇ ਹੀ ਪ੍ਰਭੂ ਦੀ ਦ੍ਰਿਸ਼ਟੀ 'ਚ ਉਜਾਗਰ ਹੋ ਜਾਵਾਂਗੇ।
ਉਹਨਾਂ ਗੱਲਾਂ ਨੂੰ ਜਿਉਂ-ਜਿਉਂ ਕਿਸੇ ਦੇ ਅੰਦਰ ਇਹ ਸ਼ੁੱਧਤਾ ਵਰਤਦੀ ਹੈ, ਇਹ ਸੁਚਮਤਾ ਵਰਤਦੀ ਹੈ, ਤੇ ਉਹਦਾ ਵਿਜ਼ਨ ਖੁੱਲ੍ਹਦਾ ਜਾਂਦਾ ਹੈ। ਅੱਜ ਤੱਕ ਦੇ ਜਿਤਨੇ ਸਾਡੇ ਤੋਂ ਵਡੇਰੇ ਸਿਆਣੇ, ਉਹਨਾਂ ਨੂੰ ਅਸੀਂ ਗੁਰਮੁਖ ਕਹਿ ਲਈਏ, ਭਗਤ ਕਹਿ ਲਈਏ, ਸੰਤ ਕਹਿ ਲਈਏ, ਧਾਰਮਿਕ ਦਾਰਸ਼ਨਿਕ ਕਹਿ ਲਈਏ, ਅਸੀਂ ਕੋਈ ਨਾਂ ਦੇ ਦਈਏ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਅੰਦਰ ਹਉਮੈ ਨਹੀਂ ਹੈ। ਅਤੇ ਉਹ ਕਹਿੰਦੇ ਸਾਰੇ ਮੰਨਦੇ ਨੇ ਕਿ ਜਿਉਂ-ਜਿਉਂ ਵਿਅਕਤੀ ਹਿਰਦੇ 'ਤੇ ਕਰਕੇ ਸੁੱਚਾ ਹੁੰਦਾ ਜਾਏਗਾ, ਤਿਉਂ-ਤਿਉਂ ਉਹਦੀ ਦ੍ਰਿਸ਼ਟੀ ਦਾ ਪਰਦਾ ਖੁੱਲ੍ਹਦਾ ਜਾਏਗਾ। ਆਪਾਂ ਕਹਿ ਸਕਦਾ ਵਿਜ਼ਨ ਖੁੱਲ੍ਹਦਾ ਜਾਏਗਾ, ਵਿਸ਼ਾਲਤਾ ਵੱਧਦੀ ਜਾਏਗੀ, ਔਰ ਹੌਲੀ ਹੌਲੀ ਉਹਦੀ ਦ੍ਰਿਸ਼ਟੀ ਇੰਨੀ ਵਿਸ਼ਾਲ ਹੋ ਜਾਏਗੀ ਕਿ ਸਾਰਾ ਬ੍ਰਹਮੰਡੀ ਪਸਾਰਾ ਉਹਨੂੰ ਇੱਕੋ ਹੀ ਘਰ ਨਜ਼ਰ ਆਉਣ ਲੱਗ ਪਏਗਾ। ਅਤੇ ਜਿਉਂ-ਜਿਉਂ ਉਹਦੀ ਦ੍ਰਿਸ਼ਟੀ ਘਟਦੀ ਜਾਏਗੀ, ਯਾਨੀ ਕਿ ਮਨ ਮੈਲਾ ਹੁੰਦਾ ਜਾਏਗਾ, ਉਹਦੀ ਦ੍ਰਿਸ਼ਟੀ ਸਿੰਗੁੜਦੀ ਜਾਏਗੀ। ਉਹਦੀ ਸੁੰਗੜਦੀ ਦ੍ਰਿਸ਼ਟੀ ਇੰਨੀ ਸੁੰਗੜ ਜਾਏਗੀ ਕਿ ਉਹਨੂੰ ਆਪਣੇ ਤੋਂ ਸਿਵਾ ਹੋਰ ਕੋਈ ਨਜ਼ਰ ਹੀ ਨਹੀਂ ਆਏਗਾ। ਉਹਨੂੰ ਦੂਜੇ ਪ੍ਰਤੀ ਦੂਜਾ ਬੰਦਾ ਤੇ ਬੰਦਾ ਨਜ਼ਰ ਹੀ ਨਹੀਂ ਆਏਗਾ। ਉਹ ਤਾਂ ਬਸ ਮੈਂ ਕਰੇਗਾ, ਮੈਂ ਹੀ ਸਭ ਆ। ਅਸਾਂ ਵੇਖਿਆ ਸਰੂਪ, ਮੈਂ ਹੀ ਜਲ ਵਿੱਚ ਆ, ਮੈਂ ਹੀ ਥਲ ਵਿੱਚ ਆ। ਅਸੀਂ ਸੁਣਿਆ ਨਾ, ਹਰਣਾਕਸ਼ ਨੇ ਜਾਪ ਕਰਵਾਇਆ ਸੀ ਮਾੜੇ ਕਮਜ਼ੋਰ ਲੋਕਾਂ ਤੋਂ, ਜਲੇ ਹਰਣਾਕਸ਼ ਥਲੇ ਹਰਣਾਕਸ਼, ਮੈਂ ਹਾਂ ਜਲ ਵਿੱਚ, ਮੈਂ ਹੀ ਥਲ ਵਿੱਚ ਹਾਂ। ਅਸੀਂ ਉੱਥੇ ਸਿਰਫ ਗਾਥਾ ਹੀ ਪੜ੍ਹੀਆਂ। ਜਗਤ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਇੱਕ ਵਿਅਕਤੀ ਦੀ ਮੁਲਾਕਾਤ ਹੁੰਦੀ ਹੈ। ਜਦੋਂ ਮਹਾਰਾਜ ਨੇ ਪਾਵਨ ਬਾਣੀ ਦਾ ਸਰੂਪ ਸਾਨੂੰ ਲਿਖ ਕੇ ਦੇਣਾ ਆਰੰਭ ਕੀਤਾ ਹੈ, ਅਤੇ ਮਹਾਰਾਜ ਦੇ ਕੋਲ ਜਿਹੜੇ ਭਗਤ ਆਪਣੇ ਆਪ ਆਪਣੀ ਰਚਨਾ ਲਿਖਵਾਉਣ ਆਏ ਸਨ, ਉਹਨਾਂ ਦੇ ਵਿੱਚੋਂ ਕਾਨ੍ਹੇ ਦਾ ਨਾਮ ਆਉਂਦਾ ਹੈ ਨਾ, ਅਤੇ ਕਾਨ੍ਹਾ ਕਿਨਾ ਉਹੀ ਰੇ ਮੈਂ ਉਹੀ ਰੇ, ਜਾ ਕੋ ਨਾਰਦ ਸਾਰਦ ਸੇਵਹਿ। ਜੋ ਹਰਣਾਕਸ਼ ਗੱਲਾਂ ਕਰਦਾ ਸੀ ਉਹੀ ਗੱਲਾਂ ਕਾਨ੍ਹਾ ਕਰੀ ਜਾਂਦਾ। ਚਲੋ ਮੰਨਿਆ ਹਰਣਾਕਸ਼ ਦੇ ਕੋਲ ਤਾਂ ਫਿਰ ਵੀ ਬੜਾ ਵੱਡਾ ਰਾਜ ਸੀ, ਆਖਰ ਦੁਨੀਆ ਦੇ ਵੱਡੇ ਹਿੱਸੇ 'ਤੇ ਉਹ ਰਾਜ ਕਰਦਾ ਸੀ, ਦੁਨੀਆ ਦੀ ਤਾਕਤ ਬੜੀ ਸੀ। ਅਤੇ ਪਰ ਕਾਨ੍ਹੇ ਕੋਲ ਤਾਂ ਕੁਛ ਵੀ ਨਹੀਂ ਸੀ। ਸ਼ਾਇਦ ਗਲੀ ਦੇ ਦੂਸਰੇ ਕਿਨਾਰੇ ਦੇ ਲੋਕ ਵੀ ਨਾ ਜਾਣਦੇ ਹੋਣ, ਪਰ ਫਿਰ ਵੀ ਕਹੀ ਜਾਂਦਾ ਉਹੀ ਰੇ ਮੈਂ ਉਹੀ ਰੇ ਮੈਂ ਉਹੀ ਰੇ। ਇਹ ਮਨੁੱਖ ਦੀ ਫਿਤਰਤ ਹੈ। ਜਿਤਨਾ ਇਹਦਾ ਮਨ ਮੈਲਾ ਹੋਏਗਾ ਉਤਨਾ ਇਹਦਾ ਦ੍ਰਿਸ਼ਟੀਕੋਣ ਸੁੰਗੜ ਜਾਏਗਾ। ਜਿਤਨਾ ਇਹਦਾ ਮਨ ਨਿਰਮਲ ਹੋਏਗਾ ਉਤਨਾ ਹੀ ਇਹਦਾ ਦ੍ਰਿਸ਼ਟੀਕੋਣ ਵਿਸ਼ਾਲ ਹੁੰਦਾ ਚਲਾ ਜਾਏਗਾ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਨਾਲ ਜਦੋਂ ਅਸੀਂ ਬੈਠਾਂਗੇ, ਅੱਜ ਯਤਨ ਹੁੰਦਾ ਹੈ ਅਸੀਂ ਬੈਠ ਸਕੇ ਆਪਣੇ ਗੁਰੂ ਪਾਤਸ਼ਾਹ ਦੇ ਕੋਲ, ਅਤੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕੀਏ। ਜਿਵੇਂ ਵਿਦਿਆਰਥੀ ਆਪਣੇ ਅਧਿਆਪਕ ਦੇ ਕੋਲ ਬਹਿ ਜਾਂਦੇ ਨੇ ਅਤੇ ਨਿੱਕੇ ਨਿੱਕੇ ਸਵਾਲ ਪੁੱਛਦੇ ਨੇ, ਇਵੇਂ ਕਿਤੇ ਅਸੀਂ ਆਪਣੇ ਗੁਰੂ ਬਾਬੇ ਦੇ ਕੋਲ ਬੈਠੀਏ, ਮਨ ਕਰਕੇ ਟਿਕ ਸਕੀਏ ਅਤੇ ਆਪਣੇ ਗੁਰੂ ਬਾਬੇ ਦੇ ਨਾਲ ਸਾਂਝ ਪਾ ਸਕੀਏ। ਬਾਬਾ ਤੁਸੀਂ ਤਾਂ ਕਹਿੰਦੇ ਹੋ ਇੱਥੇ ਬੈਠ ਕੇ ਮਨ ਪਵਿੱਤਰ ਹੋ ਜਾਏਗਾ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਬਾਬਾ ਕੀ ਸੋਝੀ ਆਏਗੀ ਫਿਰ? ਜਿਹੜਾ ਗੁਰਦੁਆਰੇ ਭਾਵ ਸਤ ਸੰਗਤ ਵਿੱਚ ਆ ਜਾਏਗਾ, ਮਨ ਟਿਕ ਜਾਏ, ਮਨ ਨਿਰਮਲ ਹੋਣ ਲੱਗ ਪਏਗਾ, ਉਸ ਨੂੰ ਸੋਝੀ 'ਚ ਕੀ ਮਿਲੇਗਾ? ਸਾਨੂੰ ਵੀ ਤਾਂ ਪਤਾ ਲੱਗੇ ਨਾ, ਤਾਂ ਕਿ ਕੱਲ੍ਹ ਨੂੰ ਉਹਦਾ ਕੋਈ ਅੰਸ਼ ਅਹਿਸਾਸ ਸਾਨੂੰ ਮਿਲੇ ਅਤੇ ਸਾਨੂੰ ਇਹ ਪਤਾ ਹੋਏਗਾ ਕਿ ਹਾਂ ਅਸੀਂ ਠੀਕ ਰਾਹ 'ਤੇ ਜਾ ਰਹੇ ਹਾਂ। ਉਹ ਅਹਿਸਾਸ, ਉਹ ਸੋਝੀ ਕਿਹੜੀ ਬਖਸ਼ਿਸ਼ ਕਰੋਗੇ? ਅਤੇ ਆ ਬੜਾ ਪਿਆਰਾ ਬਚਨ ਹੈ ਨਾ, ਸੋਝੀ ਆ ਮਿਲੇਗੀ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ। ਇੱਥੇ ਬੈਠਣ ਵਾਲੇ ਨੂੰ ਇਹ ਸੋਝੀ ਮਿਲੇਗੀ, ਇੱਥੇ ਬੈਠਣ ਵਾਲੇ ਨੂੰ ਇਹ ਗਿਆਨ ਮਿਲੇਗਾ। ਇਹ ਠੀਕ ਹੈ ਕਿ ਇੱਥੇ ਬੈਠਣ ਵਾਲੇ ਨੂੰ ਚੰਦ ਸਿਤਾਰਿਆਂ ਦੀ ਦੂਰੀ ਕਿਤਨੀ ਹੈ, ਉਚਾਈ ਕਿਤਨੀ ਹੈ, ਉਹਨਾਂ ਦੀ ਪ੍ਰਕਾਸ਼ ਦੀ ਰਿਸ਼ਮਾਂ ਦੀ ਰਫ਼ਤਾਰ ਕਿਤਨੀ ਹੈ, ਕਿਹੜੀਆਂ ਕਿਹੜੀਆਂ ਗੈਸਾਂ ਧਰਤੀ 'ਤੇ ਕਿੱਥੇ ਕਿੱਥੇ ਚੰਦ 'ਤੇ ਪਾਣੀ ਹੈਗਾ ਕਿ ਨਹੀਂ, ਇਹ ਨਹੀਂ ਪਤਾ ਲਾਉਣਾ ਆਸਾਨ। ਇਹ ਵਿਗਿਆਨਕ ਆਪਣਾ ਕੰਮ ਕਰ ਰਹੇ ਨੇ, ਉਹ ਮਿਹਨਤ ਮਸ਼ੱਕਤ ਕਰ ਕਰਕੇ ਸਾਨੂੰ ਸਹੂਲਤਾਂ ਲੱਭ ਕੇ ਦੇ ਰਹੇ ਨੇ, ਉਹ ਆਪਣਾ ਧਰਮ ਬਿਹਤਰੀਨ ਢੰਗ ਨਾਲ ਨਿਭਾ ਰਹੇ ਨੇ। ਅਤੇ ਇੱਥੇ ਬੈਠ ਕੇ ਅਸੀਂ ਇਹ ਚਰਚਾ ਨਹੀਂ ਕਰਨੀ ਕਿ ਮੰਗਲ 'ਤੇ ਕੀ ਹੈ ਅਤੇ ਬੁੱਧ ਕੈਸਾ ਅਤੇ ਲੋਕ ਕੈਸੇ ਨੇ, ਨਹੀਂ। ਇੱਥੇ ਬੈਠ ਕੇ ਵਿਚਾਰ ਕਰਨੇ ਮੇਰਾ ਮਨ ਕੈਸਾ ਹੈ, ਮੇਰੇ ਮਨ 'ਚ ਵਿਕਾਰ ਕਿਤਨੇ ਨੇ, ਮੇਰੇ ਮਨ ਵਿੱਚ ਅਜੇ ਮਹਾਰਾਜ ਬਹੁਤ ਵਿਕਾਰ ਨੇ। ਅਤੇ ਜਿਸ ਨੂੰ ਸੋਝੀ ਆਏਗੀ ਉਸ ਨੂੰ ਆਹ ਸੋਝੀ ਆਏਗੀ, ਉਹ ਸਮਝ ਜਾਏਗਾ
कि सारे ब्रह्मंडी पसारे विच उस एक ओंकार तो बिना होर कुछ भी ते नहींगा। बस इत्थे पहुँचेगा। इसका तजुर्बा देखना होवे ना तो जगत गुरु गुरु नानक पातशाह साहब जी दे नाल शेख ब्रह्म दा एक छोटा जिहा 2 लाइनां दा संवाद बहुत कीमती है। शेख ब्रह्म बाबा फरीद साहब जी की गद्दी दे जानशीन ने, चंगे वडेरे ने, मान सन्मान बहुत है इलाके दे विच। गुरु नानक पातशाह साहब जी नाल मुलाकात होंदी है। अज साडे कोल बाबा फरीद साहब जी की बाणी है, ये उन्होंने शेख ब्रह्म जी ने ही गुरु नानक पातशाह नूं दित्ती है। मुलाकातां होईयां, विचारां दी लैण देण होए। मन्निया कि तुसीं उम्र करके भावें छोटे होवो पर विचार करके तुसीं बहुत उच्चे हो। तुहाडा विचार ते मेरे बाबे दा विचार लगभग एक आ लो। मेरे बाबे दे विचार भी तुसीं लै लो। उन्हां श्लोक शब्द उन्होंने दिते। गुरु नानक पातशाह दी संगत होई, समझ आई, मन निर्मलता दे राह ते तुर पिया। क्योंकि उस तो पहला की हुंदा है कि जो गद्दियां चल पैंदियां ना, किते भी हुण अज भी है जिथे डेरे गद्दियां चल पैंदियां ने, पहले मनुख जिन्हां ने तरक्की मेहनत की, बहुत मशक्कत की हुंदी, उन्होंने चंगे काम कीते, चंगी मेहनत मशक्कत करके कोई स्ट्रक्चर बनता है। दूजी तीजी चौथी पीढ़ी नूं ना फिर बनया बनाया मिलता है। तो जो किसी को बनया बनाया मिले फिर मेहनत कौन करेगा। ये तो गुरु नानक जोत का ही घर है जो 10 पातशाह एक समानता ते इक्के धागे ते तुरे रहे ने। नहीं तो बात वेख्या दूजी पीढ़ी च कमी, तीजी च बिगाड़, तो चौथी जाके खलारा पै जाता है। बस मसां ही कोई डेरा 2-3 पीढ़ियां तक काम करता, नहीं तो बस उस तो बाद दुकानदारियां शुरू हो जांदियां, नहीं तो बहुतात विच तां दूसरी ती काम शुरू हो जाता है। खैर, बनया बनाया मिलिया सी, वडप्पण चंगा सी, मान सन्मान बहुत है, पर फिर भी भले पुरख सन। गुरु नानक की संगत हुई, सही राह ते तुर पे। लमेरे समय बाद पातशाह जी नाल फिर मुलाकात हुई। महाराज कहने कि शेख ब्रह्म जी हुण की हाल है। जिवें असीं एक दूजे नूं किछ लंबे समय बाद मिली तो पुछते भाई सुना की हाल ही, तो अगला अपना दसदा भी हाँ ठीक है, उदों नाल हुण गोडे घट गए ने, अखां घट गईयां, दुनिया भर दे अपनी परेशानियां असीं एक दूजे नूं दस देने आ। पर चेता रखना असीं शरीरां दी जानकारी एक दूजे नूं दे रहे हुंदे आ, अपनी जानकारी असीं कदे किसी नूं नहीं दिंदे कि मेरा की हाल है। असीं जदों भी दसांगे अपने शरीर की जानकारी वाकफीयत ही दसांगे, अपने बारे कुछ नहीं दसदे सी। पर भगत जन एक दूजे नूं अपने बारे दसदे ने। कहन लगे बाबा हुण ठीक नहीं है। सतगुरु हस के कहन लगे की गल भाई, तुसीं ते भले पुरख हो, बाबे की वडियाई तुहाडे कोल बहुत है, तो की गल हुण ठीक क्यों नहीं गए। कहन लगे सत है, मेरे बाबे की वडियाई बहुत है, मेरे बाबे फरीद के बचनों च बहुत कमाल है। सत है, तुहाडे कोल भी सत है, मेरे बाबे के बचनों च भी सत है। पर सच ये है कि मेरे हालात ठीक नहीं गए। तुहाडी संगत विच कीती है ते अपने बाबे के बचनों ते पहरा देने का यतन कर रहा। जो उपदेश उन्होंने दिते ने, यतन है पहरा दे सकां, ते हालात बिगड़ गए ने। जदों मैं सिर्फ पढ़दा ते पूजदा सा उदों वधिया सा, वधिया खांदे, वधिया हंडांदे, वधिया डेरा बनिया, सब वधिया वधिया सी। पर जदों तो कमाई करनी शुरू करती है कुछ हालात बिगड़ रहे ने। सतगुरु हस के कहन लगे लोग कमाई करते हैं तो हालात सुधरते हैं, तेरे क्यों बिगड़ गए। कहन लगे लोगों की दृष्टि अलग होंदी बाबा, पर अपने बारे अपने आप को पता होंदा है। चलदा चलदा मैं एक थां ते पहुँचा जितों अगे नहीं जा पा रहा। मेरे विच बल नहीं है कि मैं अगे जा पावां, अगे मेरे की हद आ गई है। जदों साखी बड़ा प्यारा बचन है। सतगुरु कहन लगे फिर की हाल ही। कहन लगा बाबा एक खुदाई दुई हद, मेरे के एक हद अटक गई है। जब आप कदे कहने बार्डर आ गया, तुरदे तुरदे जाते साडे ते बार्डर आ गया जी, की करिए, बार्डर क्रॉस नहीं कर सकते। बहुत सारे सीमावां होंदियां ना दफ्तरां दे विच अफसरां दे कोल, की करिए तूं अगे मेरे अख्तियार नहीं कि मेरी पाबंदी, मैं नहीं काम कर सकता, मैं बस इन्ना कर सकदा। कहन लगा बाबा तुरिया जाना अध्यात्मिक मार्ग ते एक थां ते एक द्वैत की हद आ गई है, और द्वैत की हद बड़ी प्रबलता दे नाल साडे भारतीय दर्शन के आले दुआले वरत गई। बहुती पुरानी नहीं है।
ਸ਼ਾਇਦ ਜਦੋਂ ਤੋਂ ਦੋ ਵੱਡੇ ਧਰਮਾਂ ਦਾ ਆਪਸ ਵਿੱਚ ਵਿਚਾਰ ਵਟਾਂਦਰਾ ਹੋਣ ਲੱਗਾ ਉਦੋਂ ਤਿਬੂਤੀ ਵੱਧ ਗਈ, ਜਿਹਦਾ ਬਚਨ ਬਾਬੇ ਨਾਨਕ ਤੋਂ ਬਾਅਦ ਵਿੱਚ ਪੁੱਛਿਆ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਜਦੋਂ ਤੋਂ ਧਰਮਾਂ ਦੀ ਬਾਹਰਲੀ ਬਣਤਰ ਮਜ਼ਬੂਤ ਹੋਈ ਹੈ ਉਦੋਂ ਤੋਂ ਇਹ ਅੰਦਰੂਨੀ ਹੱਦ ਵੀ ਮਜ਼ਬੂਤ ਹੋ ਗਈ। ਬਾਬਾ ਨਾਨਕ ਕਹਿਣ ਲੱਗੇ ਹੱਦ ਕੀ ਪੈ ਗਈ ਤੇਰੇ, ਕਿ ਦੁਬਿਧਾ ਕੀ ਹੈ? ਕਹਿਣ ਲੱਗਾ ਬਸ ਮਨ ਇੱਥੇ ਆ ਕੇ ਅਟਕ ਜਾਂਦਾ ਹੈ ਕਿ ਅੱਗੇ ਹਿੰਦੂ ਜਾਏਗਾ ਕਿ ਮੁਸਲਮਾਨ ਜਾਏਗਾ। ਅਸੀਂ ਵੀ ਇੱਥੇ ਜੀ ਅਟਕੇ ਪਏ ਹਾਂ, ਸਿੱਖ ਜਾਏਗਾ, ਹਿੰਦੂ ਜਾਏਗਾ, ਮੁਸਲਮਾਨ ਜਾਏਗਾ। ਸਤਿਗੁਰ ਹੱਸ ਪਏ, ਕਹਿਣ ਲੱਗੇ ਬਸ ਇੰਨਾ ਕੀ ਕੰਮ ਹੈ? ਕਹਿਣ ਲੱਗਾ ਜੀ ਹਾਂ, ਪਰ ਤੁਹਾਨੂੰ ਹਾਸਾ ਲੱਗਦਾ ਹੈ, ਮੇਰੇ ਵਾਸਤੇ ਤਾਂ ਬੜੀ ਵੱਡੀ ਅੜਚਨ ਹੈ। ਸਤਿਗੁਰੂ ਕਿਹਾ ਫਿਰ ਜਕਾਰ ਰੱਦ ਕਰ ਦੇ। ਕੀ ਰੱਦ ਕਰਦੇ ਆ? ਜੋ ਖਿਆਲ ਬਣਿਆ ਹੀ ਇਹ ਖਿਆਲ ਰੱਦ ਕਰ ਦੇ। ਔਰ ਇੱਕ ਬਹੁਤ ਬਾਰੀਕ ਜੁਗਤ ਹੈ, ਜੇ ਰੂਹਾਨੀ ਮੰਡਲ ਦੀ ਤਰੱਕੀ ਕਰਨੀ ਹੈ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਖਿਆਲਾਂ ਨੂੰ ਰੱਦ ਕਰ ਦਿਓ। ਲੋਕ ਕੀ ਕਹਿੰਦੇ ਨੇ ਨਾ ਖਿਆਲਾਂ ਨੂੰ ਰੱਦ ਕਰ ਦਿਓ। ਤੇ ਫਿਰ ਕਿਹੜਾ ਖਿਆਲ ਮੰਨੀਏ? ਸਿਰਫ ਆਪਣੇ ਗੁਰੂ ਦਾ ਖਿਆਲ, ਆਪਣੇ ਗੁਰੂ ਦਾ ਵਿਚਾਰ ਮੰਨ ਲਓ, ਬਾਕੀ ਸਭ ਰੱਦ ਕਰ ਦਿਓ। ਕਿੱਦਾਂ ਰੱਦ ਕਰੀਏ? ਕਹਿਣ ਲੱਗੇ ਬਾਬਾ ਕਹਿੰਦੇ ਇੱਕ ਖੁਦਾਈ ਪੱਕਾ ਨਾ? ਹਾਂਜੀ ਇੱਕ ਖੁਦਾਈ ਪੱਕਾ ਹੈ। ਕਹਿਣ ਲੱਗੇ ਦੂਈ ਰੱਦ, ਦੁਬਿਧਾ ਨੂੰ ਰੱਦ ਕਰ ਦੇ, ਦੂਜਾ ਹੈ ਹੀ ਕੋਈ ਨਹੀਂ। ਆ ਹੁਣੇ ਆਸਾ ਕੀ ਵਾਰ ਦੀ ਆਰੰਭਤਾ ਹੋਈ ਹੋਣੀ ਨਾ ਇੱਥੇ 5:15 ਵਜੇ, ਤੇ ਬੜੇ ਪਿਆਰ ਨਾਲ ਬਾਬੀ ਜੀ ਦਾ ਬਚਨ ਸੁਣਾਇਆ ਗਿਆ ਹੋਣਾ, ਭਾਗਾਂ ਵਾਲਿਆਂ ਸੁਣਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੇ ਕਰਿਆਸਨ ਡਿਠੋ ਚਾਓ। ਕਹਿਣ ਲੱਗੇ ਕਿ ਦੂਈ ਹੈ ਤੁਝੀ ਆਪਣੀ ਕੁਦਰਤ, ਤੇ ਕੁਦਰਤ ਵੀ ਦੂਈ ਨਹੀਂ ਹੈ, ਬਸ ਰੂਪ ਹੀ ਦੂਆ ਹੈ, ਆਪ ਹੀ ਆਪ ਹੈ। ਬਸ ਇੰਨਾ ਸਮਝ ਲਓ ਕਿ ਆਪੇ ਆਪ ਵਰਤਾ ਕਰ ਚੋਜ ਵਿਡਾਣਾ, ਉਹ ਆਪ ਹੀ ਵਰਤਾ ਹੈ। ਫੁੱਲਾਂ ਦੇ ਵਿੱਚ ਵੀ ਸੁਗੰਧ ਰੂਪ ਹੋ ਕੇ ਆਪ ਹੋਇਆ ਹੈ, ਸਾਡੇ ਤੁਹਾਡੇ 'ਚ ਬੋਲਾਂ ਕਰਕੇ ਹੋਇਆ ਹੈ, ਸਾਡੀ ਦ੍ਰਿਸ਼ਟੀ ਕਰਕੇ ਹੋਇਆ ਹੈ, ਸਾਡੀ ਸਰੋਤ ਕਰਕੇ ਹੋਇਆ ਹੈ, ਉਹ ਆਪ ਹੀ ਆਪ ਵਰਤਾ ਹੈ। ਸਿਆਣੇ ਅੱਜ ਮਹਾਰਾਜ ਸਾਨੂੰ ਇਹ ਸਮਝਾਉਂਦੇ ਨਾ, ਹਰਾਪੇ ਆਪ ਹਰਾਪੇ ਪੁਰਖ ਨਿਰੰਜਨ ਸੋਈ। ਬਈ ਜਿੱਥੇ ਦੇਖਾਂ ਉੱਥੇ ਪੁਰਖ ਨਿਰੰਜਨ ਹੀ ਪੁਰਖ ਨਿਰੰਜਨ ਨਜ਼ਰ ਆਉਂਦਾ ਹੈ। ਜਤ ਦੇਖਾਂ ਤਤ ਤੂੰ, ਮੈਂ ਜਿੱਧਰ ਦੇਖਦਾ ਉੱਧਰ ਤੂੰ ਹੀ ਤੂੰ ਨਜ਼ਰ ਆਉਣਾ ਹੈ। ਅਤੇ ਸਾਡੇ ਵਰਗਾ ਨਾਦਾਨ ਬੰਦਾ ਕਹੇਗਾ ਇੱਥੇ ਤਾਂ ਬੜੇ ਰੂਪ ਨੇ, ਇੱਥੇ ਤਾਂ ਮਨੁੱਖਾਂ ਦੇ ਸੁਭਾਅ ਅਲੱਗ-ਅਲੱਗ ਨੇ, ਧਰਮਾਂ ਦੀ ਬਣਤਰਾਂ ਅਲੱਗ-ਅਲੱਗ ਨੇ, ਦੇਖਣਾ ਵੇਖਣਾ ਚਾਖਣਾ ਸਭ ਅਲੱਗ-ਅਲੱਗ ਹੈ। ਪਰ ਫਿਰ ਵੀ ਬਾਬਾ ਨਾਨਕ ਕਹਿਣਗੇ ਇੱਕੋ ਹੈ ਭਾਈ। ਸਭ ਕੁਝ ਅਲੱਗ-ਅਲੱਗ ਹੋਣ ਦੇ ਬਾਵਜੂਦ ਵੀ ਉਹ ਪ੍ਰਮਾਤਮਾ ਇੱਕੋ ਇੱਕ ਹੈ। ਇਸ ਨੂੰ ਅਸੀਂ ਕਦੇ ਕਦੇ ਇੱਕ ਦਾਰਸ਼ਨਿਕ ਦ੍ਰਿਸ਼ਟਾਂਤ ਨਾਲ ਸਮਝਦੇ ਹੁੰਦੇ ਹਾਂ ਵੀ ਕਿਸੇ ਮਾਲੀ ਨੇ ਇੱਕ ਸੁੰਦਰ ਬਗੀਚਾ ਲਗਾਇਆ। ਆਪਾਂ ਕਈ ਵਾਰ ਦ੍ਰਿਸ਼ਟਾਂਤ ਸਾਂਝਾ ਵੀ ਕੀਤਾ। ਮਾਲੀ ਦਾ ਸੁੰਦਰ ਬਗੀਚਾ ਹੈ, ਇੱਕੋ ਹੀ ਪਾਣੀ ਆ ਅਤੇ ਇੱਕੋ ਹੀ ਖਾਦ ਹੈ। ਆਪਣੇ ਬਗੀਚੇ 'ਚ ਜਦੋਂ ਖਾਦ ਅਤੇ ਪਾਣੀ ਪਾਉਂਦਾ ਹੈ ਇੱਕੋ ਹੀ ਵਰਤਾਂਦਾ ਹੈ, ਕੋਈ ਵਿਤਕਰਾ ਨਹੀਂ ਕਰਦਾ। ਪਾਣੀ ਵੀ ਇੱਕ ਸਮਾਨ ਹੈ ਅਤੇ ਖਾਦ ਵੀ ਇੱਕ ਸਮਾਨ ਹੈ। ਪਰ ਜਦੋਂ ਫੁੱਲ ਖਿੜਦੇ ਨੇ, ਕਿਸੇ ਦਾ ਰੰਗ ਚਿੱਟਾ ਹੈ ਅਤੇ ਕਿਸੇ ਦਾ ਖਾਸ ਲਾਲ ਗੂੜਾ, ਅਤੇ ਕਿਸੇ ਦਾ ਕੋਈ ਅਤੇ ਕਿਸੇ ਦਾ ਕੋਈ ਹੈ। ਕਿਸੇ ਦੀ ਖੁਸ਼ਬੂ ਕਿਸੇ ਰੰਗ ਦੀ, ਕਿਸੇ ਦੀ ਖੁਸ਼ਬੂ ਕੋਈ ਅਲੱਗ ਹੈ। ਜਦੋਂ ਵੱਡੇ ਰੁੱਖਾਂ ਨੂੰ ਫਲ ਲੱਗਦੇ ਨੇ, ਇੱਕ ਬਹੁਤ ਮਿੱਠਾ ਅੰਬ ਬਣਦਾ ਹੈ, ਇੱਕ ਬਹੁਤ ਕੌੜੀ ਨਿੰਮ ਦੀ ਨਿਮੋਲੀ ਬਣ ਜਾਂਦੀ ਹੈ। ਹੁਣ ਨਿੰਮ ਦੀ ਜੋ ਫਲ ਛੋਟੀ ਜਿਹੀ ਨਿਮੋਲੀ ਹੈ ਬੜੀ ਕੌੜੀ ਹੈ, ਅਤੇ ਉਹਦੇ ਨਾਲ ਇੱਕ ਬੇਰ ਹੋਵੇ ਤਾਂ ਬੜਾ ਮਿੱਠਾ ਹੈ। ਅਤੇ ਅਸੀਂ ਕਹਾਂਗੇ ਲੈ ਨਿੰਮ ਤਾਂ ਕੁੜੱਤਣ ਨਾਲ ਭਰੀ ਪਈ ਹੈ, ਬੇਰ ਤਾਂ ਬੜਾ ਮਿੱਠਾ ਹੈ। ਅਤੇ ਸਿਆਣਾ ਮਾਲੀ ਕਹੇਗਾ ਫਿਰ ਮੈਂ ਕੀ ਕਰਾਂ, ਮੈਂ ਤਾਂ ਇੱਕੋ ਪਾਣੀ ਪਾਇਆ, ਇੱਕੋ ਹੀ ਖਾਦ ਪਾਈ ਹੈ। ਪਰ ਇਹ ਧਰਮ ਹੈ, ਨਿੰਮ ਦੇ ਬੂਟੇ ਦਾ ਧਰਮ ਹੈ ਕਿ ਕੁੜੱਤਣ ਨੂੰ ਵਧਾ ਲਵੇ। ਚੰਗੀ ਖਾਦ ਪਾਣੀ ਮਿਲੇਗਾ ਉਹਦੀ ਕੁੜੱਤਣ ਵੱਧ ਜਾਏਗੀ। ਅਤੇ ਬੇਰ ਅਤੇ ਅੰਬ ਦੀ ਧਰਮ ਹੈ ਕਿ ਚੰਗਾ ਖਾਦ ਪਾਣੀ ਮਿਲੇ ਅਤੇ ਫਲ ਮਿੱਠਾ ਅਤੇ ਰਸਤਾ ਇੱਕ ਹੋਵੇਗਾ। ਬਸ ਇਸੇ ਤਰ੍ਹਾਂ ਅੰਦਰ ਇੱਕੋ ਹੀ ਇੱਕ ਹੈ। ਬਾਹਰਲੇ ਸਾਡੇ ਬਣਤਰਾਂ ਸੰਸਾਰ ਦੀ ਜ਼ਰੂਰਤ ਮੁਤਾਬਕ ਕਰਤਾ ਪੁਰਖ ਨੇ ਅਲੱਗ-ਅਲੱਗ ਬਣਾਈਆਂ ਨੇ। ਜੇ ਵਿਗਿਆਨਕ ਲੋਕਾਂ ਨੇ ਜ਼ਰੂਰਤ ਮੁਤਾਬਕ ਕਿਤੇ ਏਸੀ ਲਾਇਆ, ਕਿਸੇ ਹੀਟਰ ਲਾਇਆ ਹੈ, ਪਰ ਏਸੀ ਅਤੇ ਹੀਟਰ ਦੇ ਵਿੱਚ ਬਲਦਾ ਕੌਣ ਹੈ? ਬਿਜਲੀ ਤਾਂ ਇੱਕੋ ਹੀ ਹੈ ਨਾ। ਆਹ ਲਾਈਟਾਂ ਚਮਕਦੀਆਂ ਨੇ, ਆਹ ਸਪੀਕਰ ਬੋਲ ਰਿਹਾ ਹੈ, ਆਹ ਰਿਕਾਰਡਿੰਗ ਕੈਮਰਾ ਕਰ ਲੈਂਦਾ ਹੈ, ਇਹਨਾਂ ਦੇ ਵਿੱਚ ਤਾਕਤ ਕਿਹਦੀ ਹੈ? ਕਿ ਬਿਜਲੀ ਦੀ। ਬਿਜਲੀ ਤਾਂ ਇੱਕੋ ਹੀ ਹੈ ਨਾ ਭਾਈ। ਇਸੇ ਤਰ੍ਹਾਂ ਅਸੀਂ ਕਾਲੇ ਹਾਂ, ਗੋਰੇ ਹਾਂ, ਛੋਟੇ ਹਾਂ, ਵੱਡੇ ਹਾਂ, ਕਿਸੇ ਦੇਸ਼ ਰਹਿੰਦੇ ਹਾਂ, ਭਾਸ਼ਾਵਾਂ ਅਸੀਂ ਅਲੱਗ-ਅਲੱਗ ਬੋਲਦੇ ਹਾਂ। ਸਾਡੇ 2 ਪੈਰ ਨੇ, ਕਿਸੇ ਦੇ 4 ਪੈਰ ਨੇ,
ਕਿਸੇ ਨੂੰ ਦੋ ਖੰਭ ਮਿਲੇ ਨੇ, ਕੋਈ ਉੱਡਦਾ ਫਿਰਦਾ, ਕੋਈ ਤਰਦਾ ਫਿਰਦਾ, ਪਰ ਸਾਰਿਆਂ ਦੇ ਵਿੱਚ ਜੋਤ ਤਾਂ ਇੱਕੋ ਇੱਕ ਹੈ। ਇੱਕੋ ਇੱਕ ਵਰਤਦਾ ਨਾ, ਉਹ ਆਪ ਹੀ ਆਪ ਹੈ। ਬੜੀ ਪਿਆਰੀ ਤੁਕ ਹੈ, ਕਦੇ ਕਦੇ ਚੰਗੀ ਲੱਗਦੀ, ਪੜ੍ਹ ਲਿਆ ਕਰਨਾ। ਸਭ ਕੁਛ ਤੂੰ ਹੈ ਮੇਰੇ ਪਿਆਰੇ। ਅੱਜ ਜੋ ਕੁਝ ਵੀ ਦਿਖ ਰਿਹਾ ਨਾ, ਸਭ ਕੁਛ ਤੂੰ ਹੈ ਮੇਰੇ ਪਿਆਰੇ। ਫਿਰ ਕੀ ਕਰੀਏ? ਤੇਰੀ ਕੁਦਰਤ ਕਹੋ ਬਲ ਜਾਏ ਜੀਓ। ਬਸ ਅਸੀਂ ਤੇ ਬਲਿਹਾਰ ਨੇ, ਜਾਈਏ ਤੇਰੀ ਕੁਦਰਤ ਤੋਂ, ਕਿਉਂਕਿ ਸਾਨੂੰ ਸਮਝ ਆ ਗਈ ਹੈ ਕੁਦਰਤ ਕਰਕੇ ਵਸਿਆ ਸੋਏ। ਆ ਸਾਰੇ ਕੁਦਰਤ ਦੇ ਵਿੱਚ ਤੂੰ ਆਪ ਵਸਿਆ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ। ਸਾਰੀ ਕੁਦਰਤ ਦਾ ਕਾਦਰ ਤੇ ਤੂੰ ਹੈ, ਤੇ ਅਸੀਂ ਕੁਦਰਤ ਦਾ ਅੰਗ ਹਾਂ। ਅਸੀਂ ਇਸੇ ਕੁਦਰਤ ਦਾ, ਪ੍ਰਕਿਰਤੀ ਦਾ ਅੰਗ ਹਾਂ। ਇਸ ਕਰਕੇ ਜਿਸ ਨੂੰ ਇੱਥੇ ਬੈਠੇ ਹਾਂ ਸਮਝ ਆ ਗਈ, ਅੱਜ ਉਹ ਕਹਿੰਦੇ ਨੇ ਗੁਰਦੁਆਰੇ ਹੋਏ ਸੋਝੀ ਪਾਏ ਸੀ, ਉਹਨੂੰ ਸੋਝੀ ਆਈ। ਹਰ ਆਪੇ ਪੁਰਖ ਨਿਰੰਜਨ ਸੋਈ ਰਾਮ। ਇਹ ਸਾਰੇ ਬ੍ਰਹਮੰਡੀ ਪਸਾਰ 'ਚ ਉਹ ਵਾਹਿਗੁਰੂ ਆਪ ਹੀ ਆਪ ਹੈ। ਕਹਿਣ ਲੱਗੇ ਹਰ ਆਪੇ ਮੇਲਾ। ਜਦੋਂ ਆਪ ਹੀ ਆਪ ਹੈ ਤੇ ਫਿਰ ਅਗਲੀ ਗੱਲ ਕੀ ਹੈ? ਮਿਲਾਂਦਾ ਵੀ ਆਪ ਹੈ, ਕਿਉਂਕਿ ਅਸੀਂ ਵੀ ਮੰਨਦੇ ਹਾਂ ਕਿ ਰਚਨਾ ਉਹਦੀ ਆਪਣੀ ਹੈ, ਔਰ ਹਰ ਜੀਵਾਤਮਾ ਨੂੰ ਉਸਨੇ ਆਪਣੇ ਤੋਂ ਉਤਪੰਨ ਕੀਤਾ ਹੈ। ਜਿਵੇਂ ਧਰਤੀ ਤੋਂ ਸਭ ਕੁਝ ਪੈਦਾ ਹੋਇਆ। ਆ ਗਿਆਨ ਵਿਗਿਆਨ ਜਿਹੜੇ ਪੜ੍ਹਦੇ ਸੁਣਦੇ ਹਾਂ, ਭਾਵੇਂ ਇੱਥੇ ਕੋਈ ਵੀ ਆਕਾਰ ਸਾਨੂੰ ਨਜ਼ਰ ਆਉਂਦਾ ਹੈ, ਆਖਰ ਧਰਤੀ ਤੋਂ ਪੈਦਾ ਹੋਇਆ ਤੇ ਧਰਤੀ ਵਿੱਚ ਹੀ ਸਮਾ ਜਾਣਾ। ਅਸੀਂ ਤੁਸੀਂ ਫਲ ਜੰਗਲ ਬੇਲ ਬੂਟੇ, ਆ ਭਾਵੇਂ ਅਸੀਂ ਲੋਹਾ ਕਹੀ ਤੇ ਭਾਵੇਂ ਸੋਨਾ ਚਾਂਦੀ ਕਹਿ ਦਈਏ, ਸਭ ਧਰਤੀ ਤੋਂ ਪ੍ਰਗਟ ਹੋਏ ਨੇ ਤੇ ਸਮਾਂ ਪਾ ਕੇ ਸਭ ਮਿੱਟੀ ਦੇ ਵਿੱਚ ਮਿਲ ਜਾਣੇ ਨੇ। ਸਾਡਾ ਸਭ ਦਾ ਇੱਕੋ ਹੀ ਧਰਮ ਹੈ ਨਾ। ਸ਼ਾਸਤਰੀ ਲੋਕ ਕਹਿੰਦੇ ਨੇ ਮਰਨੋ ਧਰਮਾ, ਸਾਡਾ ਮਰਨਾ ਧਰਮ ਹੈ। ਅਸੀਂ ਜੋ ਮਰਨਾ ਕਹਿੰਦੇ ਉਹ ਨਹੀਂ। ਮਰਨ ਦਾ ਮਤਲਬ ਹੈ ਅਸੀਂ ਮਿੱਟੀ ਤੋਂ ਪੈਦਾ ਹੋਏ ਹਾਂ, ਮਿੱਟੀ ਦੇ ਵਿੱਚ ਸਮਾ ਜਾਣਾ। ਜੇ ਸਾਰਿਆਂ ਨੂੰ ਪੱਕਾ ਪਤਾ ਹੈ ਕਿ ਮਿੱਟੀ ਤੋਂ ਪੈਦਾ ਹੋ ਕੇ ਮਿੱਟੀ ਵਿੱਚ ਹੀ ਸਮਾਣਾ ਹੈ, ਤੇ ਫਿਰ ਜੋ ਰੂਹ ਜਿਹਨੂੰ ਆਤਮਾ ਕਹਿੰਦੇ ਹੋ ਕਿੱਥੋਂ ਪੈਦਾ ਹੋਈ ਤੇ ਕਿੱਥੇ ਸਮਾਏਗੀ? ਅੱਗੇ ਜਾ ਕੇ ਇੱਕ ਬਚਨ ਪੜ੍ਹਾਂਗੇ। ਜਦੋਂ ਕਿਤੇ ਮ੍ਰਿਤੂ ਦੇ ਸਮੇਂ 'ਤੇ ਆਪਾਂ ਬੈਠੇ ਵਿਚਾਰਾਂ ਕਰਦੇ ਹਾਂ, ਉਦੋਂ ਸਿਆਣੇ ਆਪਣੇ ਆਪਣੇ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹੁੰਦੇ ਨੇ। ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ 'ਚ ਬੜਾ ਪਿਆਰਾ ਬਚਨ ਹੈ, ਕੌਣ ਮੁਆ ਰੇ ਕੌਣ ਮੁਆ। ਕੀ ਹੋਇਆ? ਬ੍ਰਹਮ ਗਿਆਨੀ ਮਿਲ ਕਰ ਹੈ ਵਿਚਾਰਾ, ਇਹ ਤਾਂ ਚਲਤ ਭਇਆ। ਇੱਥੇ ਚਲਤ ਦਾ ਮਤਲਬ ਚਲੇ ਜਾਣਾ ਅਸੀਂ ਕਰ ਦੇਨੇ ਆ, ਨਹੀਂ, ਇਹ ਕੌਤਕ ਹੈ। ਇਹ ਕੌਤਕ ਹੋਇਆ। ਕੀ ਕੌਤਕ ਹੋਇਆ? ਪਵਨ ਹੈ ਮੈਂ ਪਵਨ ਸਮਾਇਆ। ਆ ਦੇਖੋ ਕਰਤੇ ਦਾ ਖੇਲ। ਕਰਤੇ ਨੇ ਕੁਝ ਸਮਾਂ ਪਹਿਲਾਂ ਇਹ ਪਵਨ ਤੇ ਪਾਣੀ ਤੇ ਮਿੱਟੀ ਆਕਾਸ਼ ਅਗਨੀ ਨੂੰ ਇਕੱਠੇ ਬੰਨ੍ਹਿਆ ਸੀ। ਅੱਜ ਉਹ ਗੰਢ ਖੁੱਲ੍ਹ ਗਈ। ਅੱਜ ਉਹ ਗੰਢ ਖੁੱਲੀ। ਇੱਕ ਤਾਂ ਬਚਨ ਵਾਲਾ ਬਾਰੀਕ ਚਾਂ, ਖੁੱਲੀ ਗੰਢ ਉੱਠੋ। ਜਿਸ ਦਿਨ ਸਾਡੀ ਇਹ ਗੰਢ ਖੁੱਲ੍ਹ ਜਾਂਦੀ ਹੈ, ਕਰਤੇ ਦੀ ਬੱਧੀ ਹੋਈ ਇਹ ਗੰਢ ਜਿਸ ਦਿਨ ਖੁੱਲ੍ਹ ਗਈ, ਉਸ ਦਿਨ ਸਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੱਖ ਪਾਏਗੀ। ਅਤੇ ਜਿਸ ਤੋਂ ਤੱਕ ਇਹ ਗੰਢ ਨਹੀਂ ਖੁੱਲ੍ਹਦੀ, ਉਦੋਂ ਤੱਕ ਦੁਨੀਆ ਦੀ ਕੋਈ ਤਾਕਤ ਮਾਰ ਨਹੀਂ ਪਾਏਗੀ। ਇਸੇ ਕਰਕੇ ਭਗਤ ਇੱਥੇ ਟਿਕੇ ਨੇ, ਖੁੱਲੀ ਗੰਠ ਲਿਖਿਆ। ਖੁੱਲੀ ਗੰਠ ਤੇ ਹੁਕਮ ਕੀ ਹੈ? ਉੱਠੋ, ਚਲੋ ਸ਼ਤਾਬ ਦੀਵਾਨ ਬੁਲਾਇਆ ਵਾਲਾ ਹੁਕਮ ਹੁੰਦਾ ਹੈ। ਉਹ ਗੰਢ ਖੁੱਲ੍ਹ ਗਈ ਤੇ ਚਲਤ ਕੌਤਕ ਕੀ ਹੋਇਆ? ਪਵਨ ਨੇ ਮੈਂ ਪਵਨ ਸਮਾਇਆ। ਮਾਟੀ ਮਾਟੀ ਹੋਈ ਏਕ। ਤੇ ਫਿਰ ਪੁੱਛਦੇ ਨੇ ਰੋਣ ਹਾਰੇ ਕੀ ਕਬਰਨ ਟੇਕ। ਵੀ ਰੋਂਦੇ ਕਿਹਨੂੰ ਨੇ? ਮਿੱਟੀ ਨੂੰ। ਅਸੀਂ ਤੁਸੀਂ ਜਦੋਂ ਕਿਸੇ ਸੰਸਕਾਰ ਕਰਦੇ ਹਾਂ, ਜਦੋਂ ਅਗਨੀ ਭੇਟ ਕਰਦੇ ਤਾਂ ਅਗਨੀ ਭੇਟ ਨਾਲ ਕੀ ਹੁੰਦਾ ਹੈ? ਅੱਗ ਬਲਦੀ ਹੈ, ਪਵਨ 'ਚ ਸਮਾ ਜਾਂਦਾ ਸਰੀਰ। ਜਿਤਨਾ ਕੁ ਪਵਨ ਹੋਏਗਾ, ਜਿਤਨਾ ਕੁ ਸਰੀਰ 'ਚ ਪਾਣੀ, ਉਹ ਭਾਵ ਬਣ ਕੇ ਉੱਡ ਜਾਂਦਾ। ਅਗਨੀ ਤੱਤ ਸੋਤਾ ਹੀ ਆਪਣੇ ਆਪ 'ਚ ਸਮਾ ਜਾਂਦੀ ਹੈ, ਕਿਉਂਕਿ ਆਕਾਸ਼ ਤੱਤ ਕਦੇ ਕਿਸੇ ਵੇਖਿਆ ਨਹੀਂ। ਉਹ ਸਪੇਸ ਹੀ ਹੈ, ਆਕਾਸ਼ ਹੀ ਵੈਸੇ ਸਮਾਇਆ ਰਹਿੰਦਾ ਹੈ। ਬਾਕੀ ਬਚਿਆ ਕੀ? ਮਿੱਟੀ ਕਿਤਨੀ ਕੁ ਬਚਦੀ ਹੈ? ਉਹ ਰਾਖ ਵਿੱਚ ਮਿਲ ਜਾਂਦੀ। ਕਦੇ ਤਜਰਬਾ ਕੀਤਾ ਹੋਵੇ, ਕਿਉਂਕਿ ਆਮ ਤੌਰ 'ਤੇ ਉਹਨਾਂ ਸਮਿਆਂ 'ਤੇ ਅਸੀਂ ਭਾਵੁਕ ਜੇ ਹੋਏ ਹੁੰਦੇ ਹਾਂ, ਕਿਸੇ ਨਾਲ ਗੱਲਬਾਤ ਕਰਨ ਦੀ ਯੋਗਤਾ ਨਹੀਂ ਹੁੰਦੀ, ਸਮਰੱਥਾ ਵੀ ਨਹੀਂ ਹੁੰਦੀ। ਇਸ ਕਰਕੇ ਅਸੀਂ ਕਦੇ ਸੋਚਿਆ ਵੀ ਨਹੀਂ ਕਿ ਮਿੱਟੀ ਕਿਸ ਤਰ੍ਹਾਂ ਮਿਲਦੀ। ਮਿੱਟੀ ਅਗਰ ਦੇਖੋ ਰਾਖ ਹੈ ਜੀ, ਰਾਖ 'ਚ ਮਿਲ ਗਈ। ਕਦੇ ਕਿ ਸੋਚਿਆ ਜਦੋਂ ਅਸੀਂ ਆ ਸਰੀਰਾਂ ਦਾ ਇਲੈਕਟ੍ਰੋਨਿਕ ਸਿਸਟਮ ਦੇ ਨਾਲ ਸੰਸਕਾਰ ਕਰਦੇ ਹਾਂ ਨਾ, ਅਤੇ ਜਦੋਂ ਉਹ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਫੁੱਲ ਦਿੰਦੇ ਨੇ ਸਾਨੂੰ, ਉਹ ਕਿੰਨਾ ਕੁ ਦਿੰਦੇ ਨੇ, ਕਦੇ ਗੌਰ ਨਾਲ ਵੇਖਣਾ।
ਜਦੋਂ ਸੰਸਕਾਰ ਕਰਨ ਤੋਂ ਬਾਅਦ ਵਿੱਚ ਲਗਭਗ 45 ਕੁ ਮਿੰਟਾਂ ਬਾਅਦ ਸਾਨੂੰ ਉਸ ਇੱਕ ਟਰੇ ਕੱਢ ਕੇ ਦਿੰਦੇ ਨੇ। ਉਸ ਟਰੇ ਦੇ ਵਿੱਚ ਕੁਝ ਅੰਸ਼ ਇਸ ਸਰੀਰ ਦਾ ਜੋ ਕਦੇ ਵੀ ਨਹੀਂ ਸੜੇਗਾ, ਉਸ ਨੂੰ ਸਾਰਾ ਦਿਨ ਤੁਸੀਂ ਅੱਗ 'ਚ ਰੱਖ ਛੱਡੋ, ਉਹ ਨਹੀਂ ਸੜੇਗਾ। ਰੰਗ ਬਦਲਦਾ ਜਾਏਗਾ ਉਹਦਾ, ਪਰ ਸੜੇਗਾ ਨਹੀਂ। ਉਹ ਪਤਾ ਕਿਉਂ? ਉਹ ਮਿੱਟੀ ਦਾ ਮੂਲ ਤੱਤ ਹੈ। ਤੇ ਜੋ ਮਿੱਟੀ ਦਾ ਮੂਲ ਤੱਤ ਹੈ ਨਾ, ਉਹ ਸੜੇਗਾ ਥੋੜਾ, ਉਹ ਮਿੱਟੀ 'ਚ ਮਿਲੇਗਾ। ਉਹਨੂੰ ਮਿੱਟੀ 'ਚ ਮਿਲਾਣਾ ਪਏਗਾ, ਭਾਵੇਂ ਦਰਿਆ 'ਚ ਰੁੜ ਦਿਓ ਤੇ ਭਾਵੇਂ ਕਿਸੇ ਚੰਗੇ ਥਾਂ 'ਤੇ ਰੁੜ ਦਿਓ, ਭਾਵੇਂ ਉੱਥੇ ਨੇੜੇ ਦੱਬ ਦਿਓ। ਪਤਾ ਕਿਤਨਾ ਕੁ ਹੁੰਦਾ ਅੰਦਾਜ਼ਾ ਲਾਉਣਾ, ਜਿਤਨਾ ਕੁ ਜਨਮ ਸਮੇਂ ਸਾਡਾ ਵਜ਼ਨ ਹੁੰਦਾ ਹੈ ਨਾ, ਤੇ ਜਨਮ ਸਮੇਂ ਵਜ਼ਨ ਦੇ ਵਿੱਚ ਅਨੁਪਾਤ ਕੱਢਿਆ ਜਾਂਦਾ ਪਾਣੀ ਕਿਤਨਾ ਹੋਏਗਾ, ਕਿਉਂਕਿ ਅਧਿਕਾਂਸ਼ ਜ਼ਿਆਦਾਤਰ ਸਾਡੇ ਸਰੀਰ 'ਚ ਪਾਣੀ ਤੇ ਹੈ। ਅੱਜ ਵੀ ਲੋਕ ਕਹਿੰਦੇ 70% ਤੋਂ ਵੱਧ ਸਾਡੇ ਪਾਣੀ ਹੈ, ਉਦੋਂ ਵੀ ਇੰਨਾ ਹੀ ਪਾਣੀ ਹੈ। ਇੰਨਾ ਹੀ ਪਾਣੀ ਤੇ ਬਾਕੀ ਧਾਤੂਆਂ ਦਾ ਤੇ ਕੋਈ ਵਜ਼ਨ ਬਹੁਤਾ ਹੁੰਦਾ ਨਹੀਂ। ਜਿਤਨਾ ਵਜ਼ਨ ਹੁੰਦਾ ਏ ਜਨਮ ਦੇ ਸਮੇਂ, ਉਹਦਾ ਲਗਭਗ 30, 32, 35% ਹੀ ਉਹ ਵਜ਼ਨ ਟਰੇ ਵਿੱਚ ਹੁੰਦਾ ਹੈ। ਉਨਾ ਹੀ ਮੂਲ ਤੱਤ, ਮੂਲ ਮਿੱਟੀ ਸਾਨੂੰ ਮਾਂ ਤੋਂ ਮਿਲੀ ਹੁੰਦੀ ਹੈ। ਬਾਕੀ ਤੇ ਵਿਕਾਸ ਹੈ ਸਮੇਂ ਦੇ ਨਾਲ, ਇੱਥੇ ਆ ਕੇ ਹਵਾ ਦਾ ਫੁਲਾਵ ਹੈ, ਬਾਕੀ ਤੇ ਗਰੋਥ ਹੀ ਕੀਤੀ ਨਾ। ਉਹ ਮੂਲ ਮਿੱਟੀ ਸਾਨੂੰ ਮਾਂ ਨੇ ਦਿੱਤੀ, ਇਸੇ ਕਰਕੇ ਮਾਤਾ ਨੂੰ ਧਰਤੀ ਕਿਹਾ ਤੇ ਧਰਤੀ ਨੂੰ ਮਾਤਾ ਕਿਹਾ। ਉਨੀ ਕੁ ਮਿੱਟੀ ਦਾ ਅੰਸ਼ ਸਾਨੂੰ ਮਾਤਾ ਦੇ ਥਰੂ ਮਿਲਦਾ ਹੈ। ਤੇ ਜਦੋਂ ਅਗਨੀ ਪਿੱਠ ਤੇ ਉਤਨਾ ਕੁ ਜੋ ਮੂਲ ਅੰਸ਼ ਮਿੱਟੀ ਦਾ ਹੈ, ਉਹ ਵਾਪਸ ਧਰਤੀ ਮਾਤਾ ਦੇ ਹਵਾਲੇ ਕਰਨਾ ਪਏਗਾ, ਭਾਵੇਂ ਕਿਸੇ ਰੂਪ 'ਚ ਕਰ ਦਿਓ। ਇਸੇ ਕਰਕੇ ਭਗਤ ਜਨ ਕਹਿੰਦੇ ਨੇ, ਤੇ ਆਪੋ ਆਪਣੇ ਘਰ ਚਲੇ ਗਏ। ਪਵਨ ਆਪਣੇ ਘਰ ਚਲਾ ਗਿਆ, ਪਾਣੀ ਆਪਣੇ ਘਰ ਚਲਾ ਗਿਆ, ਤੇ ਭਾਈ ਤੂੰ ਕਿੱਥੇ ਜਾਏਗਾ? ਗੱਲ ਤੇ ਫਿਰ ਸਾਡੀ ਬੱਚੀ ਨੇ, ਰੋਵਣ ਹਾਰੇ ਕੀ ਕਵਨ ਟੇਕ। ਜਿਹਨੂੰ ਰੋ ਰਹੇ ਹੋ ਤੇ ਜਿਹੜਾ ਰੋ ਰਿਹਾ, ਇਹਨਾਂ ਦਾ ਸਹਾਰਾ ਕੌਣ ਹੈ? ਤੇ ਪਤਾ ਲੱਗਾ ਫਿਰ ਅਸੀਂ ਕਿੱਧਰ ਜਾਣਾ। ਜੋ ਬਾਕੀ ਤੱਤ ਆਪਣੇ ਤੱਤ 'ਚ ਮਿਲ ਗਏ, ਤੇ ਸਾਡਾ ਇਹ ਤੱਤ ਵੀ ਪਰਮ ਤੱਤ 'ਚ ਮਿਲਣਾ ਚਾਹੀਦਾ ਹੈ। ਇਹਦਾ ਹੀ ਯਤਨ ਇੱਥੇ ਬੈਠ ਕੇ ਕੀਤਾ ਜਾਂਦਾ। ਅਧਿਆਤਮ ਇਹਦਾ ਚਿੰਤਨ ਕਰਦਾ ਹੈ ਕਿ ਇਹ ਤੱਤ ਪਰਮ ਤੱਤ ਵਿੱਚ ਸਮਾ ਸਕੇ, ਜਿਹਨੂੰ ਆਪਾਂ ਲੋਕ ਮੁਖ ਦੁਆਰ ਕਹਿੰਦੇ ਨੇ, ਮੁਕਤੀ ਕਹਿੰਦੇ ਨੇ। ਅਲੱਗ-ਅਲੱਗ ਤਰੀਕੇ ਨਾਲ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਤਮਾ ਪਰਮਾਤਮਾ ਦਾ ਨਾਲ ਮਿਲ ਜਾਏ। ਅਸਾਂ ਪੜ੍ਹੇ, ਸਾਡੀ ਉਤਪੱਤੀ ਜਿਹੜੀ ਹੈ ਨਾ, ਮਿੱਟੀ ਦੀ ਤਾਂ ਮਿੱਟੀ 'ਚੋਂ ਹੋਈ, ਸਮਝ ਆ ਗਈ। ਸਾਡਾ ਉਤਪੰਨਤਾ ਕਿੱਥੋਂ ਹੋਈ ਹੈ? ਅੱਗੇ ਜਾ ਕੇ ਵਚਨ ਮਿਲੇਗਾ, ਉਤਪਤ ਪਰਲੈ ਸ਼ਬਦ ਹੋਵੇ। ਸਾਡੀ ਤੁਹਾਡੀ ਸਾਰਿਆਂ ਦਾ ਜੋ ਉਤਪੰਨ ਜਨਮ ਹੈ ਨਾ, ਉਹ ਸ਼ਬਦ ਤੋਂ ਉਤਪੰਨ ਹੋਇਆ। ਅਸੀਂ ਸ਼ਬਦ ਵਿੱਚ ਹੀ ਮਿਲਣਾ ਹੈ। ਇਸੇ ਕਰਕੇ ਸਿਆਣੇ ਕਹਿੰਦੇ ਨੇ, ਭਾਈ ਇਹ ਸਾਰਾ ਹੈ ਆਪੇ ਮਿਲਾਉਂਦਾ ਹੈ। ਤੇ ਕਿਵੇਂ ਮਿਲਾਉਂਦਾ ਹੈ? ਸ਼ੁੱਧ ਕਰਕੇ ਮਿਲਾਉਂਦਾ ਹੈ। ਇੱਕ ਨਿਯਮ ਹੈ, ਜਦੋਂ ਤੱਕ ਸ਼ੁੱਧਤਾ ਪੂਰੀ ਨਾ ਹੋ ਜਾਏ, ਉਦੋਂ ਤੱਕ ਮਿਲਾਪ ਵੀ ਪੂਰਾ ਨਹੀਂ ਹੁੰਦਾ। ਇਹ ਅਸੀਂ ਰਸਾਇਣ ਵਿਗਿਆਨ ਵਿੱਚ ਵੀ ਦੇਖਿਆ, ਪੜ੍ਹਿਆ ਹੋਣਾ ਆਪਨੇ। ਬਹੁਤ ਸਾਰੇ ਕਾਰੀਗਰਾਂ ਨੂੰ ਦੇਖਿਆ ਹੋਣਾ, ਉਹ ਆਪਣੀ ਧਾਤੂ ਨੂੰ ਦੂਜੀ ਧਾਤੂ 'ਚ ਮਿਲਣਾ ਹੁੰਦਾ ਹੈ ਤੇ ਪੂਰਨਤਾ ਸ਼ੁੱਧ ਕਰਦੇ ਨੇ। ਤੇ ਜੇ ਸ਼ੁੱਧਤਾ ਨਾ ਹੋਵੇ ਤੇ ਧਾਤੂਆਂ ਜੁੜਦੀਆਂ ਨਹੀਂ ਗਿਆ। ਕਦੇ ਐਸਾ ਹੋਇਆ ਕਿ ਲੋਹਾ ਤੇ ਤਾਂਬਾ ਇੱਕ ਧਾਤੂ ਨਹੀਂ ਗੇ, ਆਪਸ ਜੁੜਨਗੇ ਪਰ ਸਮਾਂ ਪਾ ਕੇ ਟੁੱਟ ਜਾਣਗੇ। ਲੋਹਾ ਤੇ ਸੋਨਾ ਜੋੜ ਦਿੱਤੇ ਜਾਣਗੇ ਅੱਗ ਦੇ ਨਾਲ, ਪਰ ਸਮਾਂ ਪਾ ਕੇ ਫਿਰ ਟੁੱਟ ਜਾਣਗੇ। ਜੋੜ ਬਰਕਰਾਰ ਰਹੇਗਾ, ਅਲੱਗ-ਅਲੱਗ ਬਰਕਰਾਰ ਰਹਿਣਗੇ। ਪਰ ਜੇ ਸਾਰਾ ਲੋਹਾ ਹੀ ਹੈ, ਇੱਕ ਮਿਕਦਾਰ ਤੇ ਗਰਮ ਕਰ ਦਿੱਤਾ ਗਿਆ, ਰੀਸਾਈਕਲ ਕਹਿੰਦੇ ਹੋ, ਕੋਈ ਜੋੜ ਨਜ਼ਰ ਨਹੀਂ ਆਏਗਾ। ਸੋਨੇ ਨੂੰ ਸੁਨਾਰ ਗਰਮ ਕਰਕੇ ਇਕੱਠਾ ਕਰ ਲੈਂਦਾ ਹੈ। ਅਸੀਂ ਪੜ੍ਹਿਆ, ਜਦੋਂ ਤੱਕ ਇਹ ਸੋਨੇ ਦੇ ਅਲੱਗ-ਅਲੱਗ ਗਹਿਣੇ ਨੇ ਕੁਠਾਲੀ 'ਚ ਪਏ, ਉਹਨੇ ਸਾਰੇ ਗਰਮ ਕਰਤੇ, ਇੱਕ ਡਲੀ ਬਣਾ ਕੇ ਰੱਖ ਲੈਂਦਾ। ਇਸੇ ਤਰ੍ਹਾਂ ਸ਼ੁੱਧਤਾ ਜਦੋਂ ਪੂਰੀ ਹੋ ਜਾਂਦੀ ਹੈ ਤੇ ਉਦੋਂ ਮਿਲਾਪ ਹੋ ਜਾਂਦਾ ਹੈ, ਫਿਰ ਉਹਦੇ ਵਿੱਚ ਕੋਈ ਜੋੜ ਨਜ਼ਰ ਨਹੀਂ ਆਉਂਦਾ। ਤੇ ਜੇ ਸ਼ੁੱਧਤਾ ਪੂਰੀ ਨਾ ਹੋਵੇ, ਜੋੜ ਤੇ ਜੁੜ ਜਾਏਗਾ, ਪਰ ਉਹ ਟੈਂਪਰੇਰੀ ਹੋਏਗਾ, ਕੁਝ ਸਮੇਂ ਲਈ ਹੋਏਗਾ। ਜੇ ਰਹੇਗਾ ਤੇ ਜੋੜ ਅਲੱਗ-ਅਲੱਗ ਰਹੇਗਾ। ਇਸੇ ਕਰਕੇ ਸ਼ਬਦ ਹੈ ਦਸ਼ਮੇਸ਼ ਦਾ, ਕੀਰਤਨ 'ਚ ਕਦੇ-ਕਦੇ ਪੜ੍ਹਿਆ ਸੁਣਿਆ ਹੋਵੇਗਾ, ਨਿਰਜ਼ੁਰ। ਕਦੇ-ਕਦੇ ਕੀਰਤਨੀ ਕੀਰਤਨ ਕਰਦੇ, ਨਿਰਜ਼ੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾਦਾਨ ਹੋ। ਨਿਰਜ਼ੁਰ, ਜਿਹਦੇ ਵਿੱਚ ਕੋਈ ਜੋੜ ਨਹੀਂ। ਪਾਣੀ ਭਾਵੇਂ ਗੰਗਾ ਦਾ ਹੋਵੇ ਤੇ ਭਾਵੇਂ ਸਾਡੇ ਘਰ ਦੇ ਨਲਕੇ ਦਾ ਹੋਵੇ, ਮਿਲਾ ਦਿਓ ਤੇ ਕੀ 'ਚ ਜੋੜ ਹੋਵੇਗਾ? ਨਹੀਂ। ਪਾਣੀ ਇੱਕ ਸਮਾਨ ਹੈ ਨਾ, ਇਹ 'ਚ ਕੋਈ ਜੋੜ ਨਹੀਂ। ਪਰ ਪਾਣੀ ਤੇ ਤੇਲ ਕਦੇ ਜੁੜਨਗੇ ਨਹੀਂ। ਇੱਕ ਬੋਤਲ 'ਚ ਪਾ ਕੇ ਰੱਖ ਲਾਂਗੇ, ਪਰ ਜੁੜਨਗੇ ਕਦੇ ਨਹੀਂ।
ਗੁਰਬਾਣੀ 'ਚ ਇੱਕ ਰਸਾਇਣ ਸ਼ਾਸਤਰ ਦਾ ਬੜਾ ਬਾਰੀਕ ਨਿਯਮ ਹੈ, ਜੋ ਅੱਜ ਰਸਾਇਣ ਸ਼ਾਸਤਰ ਵਾਲੇ ਪੜ੍ਹਦੇ ਨੇ, ਕੈਮਿਸਟਰੀ ਵਾਲੇ ਪੜ੍ਹਦੇ ਨੇ। ਧਾਤੁ ਮਿਲੈ ਫੁਨ ਧਾਤੁ ਕਉ। ਧਾਤੂ ਮਿਲਦੀ ਹੈ ਮੁੜ ਕੇ ਆਪਣੀ ਧਾਤੂ ਦੇ ਵਿੱਚ। ਹਰ ਧਾਤੂ ਧਾਤੂ ਨੂੰ ਮਿਲ ਸਕਦੀ ਹੈ। ਸੋਨਾ ਸੋਨੇ 'ਚ ਮਿਲ ਜਾਏਗਾ, ਤਾਂਬਾ ਤਾਂਬੇ 'ਚ ਮਿਲ ਜਾਏਗਾ, ਪਿੱਤਲ ਪਿੱਤਲ 'ਚ ਮਿਲੇਗਾ, ਲੋਹਾ ਲੋਹੇ 'ਚ ਮਿਲੇਗਾ। ਅਤੇ ਇਸੇ ਤਰ੍ਹਾਂ ਸਾਡੇ ਅੰਦਰ 'ਤੇ ਕੋਈ ਧਾਤੂ ਹੈ ਨਾ, ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤ ਸਮਾਏ। ਸਾਡੇ ਅੰਦਰ ਕੀ ਹੈ? ਪਰਮਾਤਮਾ ਦਾ ਅੰਸ਼। ਪਰਮਾਤਮਾ ਹੈ ਸੱਚ। ਅਸੀਂ ਕਹਿੰਦੇ ਪਰਮਾਤਮਾ ਸੱਤ ਹੈ। ਪਰਮਾਤਮਾ ਸੱਚ ਹੈ। ਜਿੰਨਾ ਚਿਰ ਸਾਡਾ ਅੰਦਰ ਸੱਤ ਸਰੂਪ ਨਹੀਂ ਹੁੰਦਾ, ਸ਼ੁੱਧ ਪੂਰਨ ਰੂਪ ਨਹੀਂ ਧਾਰਨ ਕਰਦਾ, ਉਹਨਾਂ ਚਿਰ ਪਰਮਾਤਮਾ ਦੇ ਵਿੱਚ ਨਹੀਂ ਮਿਲ ਸਕਦਾ। ਇਸੇ ਕਰਕੇ ਗੁਰੂ ਨਾਨਕ ਜੀ ਨੇ ਸਾਨੂੰ ਇੱਕ ਸਿੰਗਲ ਲਾਈਨ ਏਜੰਡਾ ਦਿੱਤਾ ਹੈ ਨਾ, ਕਿ ਸਚਿਆਰਾ ਹੋਈ। ਬਸ ਸਚਿਆਰ ਬਣਨਾ ਹੈ। ਪ੍ਰਭੂ ਦੇ ਨਾਲ ਜੁੜਨ ਵਾਸਤੇ ਕਿਸੇ ਕਰਮ ਕਾਂਡ ਦੀ ਜ਼ਰੂਰਤ ਨਹੀਂ ਹੈ। ਆਪਣੇ ਗੁਰ ਕਰਤੇ ਦੀ ਖੁਸ਼ੀ ਨੂੰ ਪ੍ਰਾਪਤ ਕਰਨ ਵਾਸਤੇ ਕਿਸੇ ਵੱਖਰੇ ਲਿਬਾਸ, ਕਰਮ ਕਾਂਡ, ਪੂਜਾ ਪਾਠ ਦੀ ਇੰਨੀ ਵੱਡੀ ਕੀਮਤ ਨਹੀਂ ਹੁੰਦੀ। ਕੀਮਤ ਹੁੰਦੀ ਕਿ ਸੱਚੇ ਹੋ, ਕੀ ਤੁਸੀਂ ਸੱਚੇ ਸੁੱਚੇ ਹੋ। ਜੇ ਤੁਸੀਂ ਸੱਚੇ ਸੁੱਚੇ ਹੋ ਤੇ ਪ੍ਰਭੂ ਦੇ ਦਰ ਮਿਲਾਪ ਹੋ ਸਕਦਾ ਹੈ। ਅਤੇ ਜੇ ਤੁਸੀਂ ਸੱਚੇ ਸੁੱਚੇ ਨਹੀਂ ਹੋ, ਬਾਕੀ ਤੁਸੀਂ ਕੁਛ ਵੀ ਹੋ, ਬਾਹਰ ਬਾਹਰ ਤੁਰੇ ਫਿਰੋ। ਪਰਮਾਤਮਾ ਨੂੰ ਉਹੀ ਮਿਲਣਗੇ ਜੋ ਸੱਚੇ ਹੋਣਗੇ, ਕਿਉਂਕਿ ਪਰਮਾਤਮਾ ਸੱਚ ਹੈ। ਸੱਚ ਨੂੰ ਸੱਚ ਹੀ ਮਿਲੇਗਾ ਨਾ। ਸੱਚ ਤੇ ਝੂਠ ਕਦੇ ਮਿਲ ਨਹੀਂ ਸਕਦੇ। ਜਿਹੜੇ ਭਾਈ ਸਾਹਿਬ ਗੁਰਦਾਸ ਸਾਹਿਬ ਨੇ ਇੱਕ ਉਦਾਹਰਣ ਦਿੱਤਾ ਇਹੋ ਜਿਹਾ, ਕਿ ਸੱਚ ਤੇ ਝੂਠ ਜਿਵੇਂ ਨਹੀਂ ਮਿਲਦੇ ਨਾ, ਉਹਨਾਂ ਨੇ ਉਦਾਹਰਣ ਦਿੱਤਾ ਵੀ ਹਨੇਰਾ ਤੇ ਚਾਨਣ ਵੀ ਕਦੇ ਨਹੀਂ ਮਿਲਦੇ। ਹਨੇਰਾ ਤੇ ਚਾਨਣ ਝਗੜਾ ਕਰਦੇ ਕਰਦੇ ਰੱਬ ਦੇ ਦਰਬਾਰ 'ਚ ਆ ਗਏ। ਝਗੜਾ ਕਰਦੇ ਕਰਦੇ ਦਰਬਾਰ 'ਚ ਆ ਗਏ ਅਤੇ ਝਗੜਾ ਪਿਆ ਹੋਇਆ। ਚਾਨਣਾ ਕਹਿੰਦਾ, ਦੇਖੋ ਜੀ ਬਾਬਾ, ਆਹ ਮੇਰੇ ਮਗਰ ਪਿਆ ਹੋਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ। ਇਹ ਸੱਚ ਤੇ ਝੂਠ ਤੇ ਹਨੇਰਾ ਤੇ ਚਾਨਣ, ਇਹ ਮੈਨੂੰ ਟਿਕਣ ਹੀ ਨਹੀਂ ਦਿੰਦਾ। ਬਾਬੇ ਨੇ ਬੁਲਾ ਕੇ ਚਾਨਣੇ ਨੂੰ, ਸੱਚ ਨੂੰ ਪੁੱਛਿਆ ਵੀ ਤੈਨੂੰ ਕੀ ਪਰੇਸ਼ਾਨੀ ਇਹਦੇ ਤੋਂ, ਤੂੰ ਕਿਉਂ ਨਹੀਂ ਟਿਕਣ ਦਿੰਦਾ? ਕਹਿਣ ਲੱਗਾ ਜੀ ਮੈਂ ਤੇ ਵੇਖਿਆ ਹੀ ਨਹੀਂ। ਇਹ ਕਹਿੰਦਾ ਹੋਏਗਾ ਮੈਂ ਟਿਕਣ ਨਹੀਂ ਦਿੰਦਾ, ਪਰ ਮੈਂ ਤੇ ਇਹਨੂੰ ਕਦੇ ਵੇਖਿਆ ਹੀ ਨਹੀਂ। ਕਹਿਣ ਲੱਗੇ ਕਿਉਂ? ਬਾਬਾ ਪੁੱਛਣ ਲੱਗਾ ਵੀ ਤੂੰ ਇਹ ਕਹਿੰਦਾ ਤੈਨੂੰ ਵੇਖਿਆ ਨਹੀਂ, ਤੂੰ ਕਹਿੰਦਾ ਟਿਕਣ ਨਹੀਂ ਦਿੰਦਾ। ਕਹਿਣ ਲੱਗਾ ਬਾਬਾ ਅਸਲੀ ਤੇ ਕਿ ਜਦੋਂ ਇਹ ਆ ਜਾਂਦਾ ਮੈਨੂੰ ਭੱਜਣਾ ਪੈਂਦਾ। ਜਦੋਂ ਸੱਚ ਆ ਜਾਏਗਾ ਝੂਠ ਨੂੰ ਭੱਜਣਾ ਪਏਗਾ। ਜਦੋਂ ਚਾਨਣਾ ਆ ਜਾਏਗਾ ਅੰਧਕਾਰ ਨੂੰ ਆਪੇ ਭੱਜਣਾ ਪਏਗਾ। ਕਦੇ ਪੜ੍ਹਨਾ, ਸੱਚ ਝੂਠ ਦੇ ਝਾਗੜੂ ਝਗੜਾ ਕਰਦੇ ਚੌਂਤੇ ਆਇਆ। ਭਾਈ ਗੁਰਦਾਸ ਕਹਿੰਦੇ ਨੇ ਸੱਚ ਤੇ ਝੂਠ ਝਾਗੜੂ ਹੋ ਗਏ, ਲੜ ਪਏ ਆਪਸ ਵਿੱਚ। ਝਗੜਾ ਕਰਦੇ ਕਰਦੇ ਚੌਂਤੇ ਪਵ ਪੰਚਾਇਤ ਸੱਥ ਵਿੱਚ ਆਣ ਵੜੇ। ਇੱਕ ਗੱਲ ਸਮਝ ਲੈਣਾ, ਸੰਸਾਰ 'ਚ ਹੈ ਸਭ ਕੁਛ, ਜਿਸ ਦਾ ਵੀ ਨਾਮ ਹੈ ਨਾ, ਸੰਸਾਰ ਦੇ ਗਿਆਨੀਆਂ ਨੇ ਕੋਈ ਨਾਮ ਸ਼ਬਦ ਬਣਾ ਕੇ ਦਿੱਤਾ ਹੈ। ਉਹ ਹੈ, ਸਾਨੂੰ ਦਿਸਿਆ ਕਿ ਨਹੀਂ, ਸਾਨੂੰ ਮਿਲਿਆ ਕਿ ਨਹੀਂ, ਪਰ ਹੋਏਗਾ ਜ਼ਰੂਰ। ਪਰ ਉਹ ਹੈ ਅੰਸ਼ ਪਰਮਾਤਮਾ ਦੀ, ਅਤੇ ਅਸੀਂ ਜਿਹੜੇ ਤੁਰੇ ਫਿਰਦੇ ਹਾਂ ਪਰਮਾਤਮਾ ਦੀ ਅੰਸ਼ ਹਾਂ। ਬੜਾ ਪਿਆਰਾ ਬਚਨ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਇਸ ਅੰਸ਼ ਨੂੰ ਮਿਲਾਪ ਕਦੋਂ ਮਿਲੇਗਾ? ਜਦੋਂ ਅੰਸ਼ ਸ਼ੁੱਧ ਹੋ ਜਾਏਗੀ, ਜਦੋਂ ਅੰਸ਼ ਦੇ ਵਿੱਚੋਂ ਵਿਕਾਰ ਨਿਕਲ ਜਾਏਗਾ। ਜਿਵੇਂ ਸੋਨੇ ਦੇ ਵਿੱਚੋਂ ਮੁਲੰਮਾ ਕੱਢ ਕੇ ਤਾਂ ਮਿਲਾਉਂਦੇ ਨਾ, ਇਹਨਾਂ ਤੇ ਸਾਨੂੰ ਮੋਟਾ ਮੋਟਾ ਪਤਾ ਹੀ ਹੈ ਨਾ। ਅਸੀਂ ਸੁਨਿਆਰਿਆਂ ਕੋ ਜਾ ਕੇ ਦੇਖਿਆ ਨਾ ਹੋਏ, ਸੁਣਿਆ ਤੇ ਹੁੰਦਾ ਹੈ ਨਾ ਵੀ ਭਾਈ ਜਦੋਂ ਉਹ ਗਹਿਣੇ ਖਰੀਦਦੇ ਨੇ ਉਦੋਂ ਸ਼ੁੱਧ ਕਰਕੇ ਖਰੀਦਦੇ ਨੇ, ਸੋਨੇ ਦਾ ਮੁੱਲ ਦਿੰਦੇ ਨੇ, ਅਤੇ ਸੋਹਰੇ ਵਾਸਤੇ ਤਕਨੀਕ ਹੈ, ਉਸ ਨੂੰ ਤਪਾ ਲੈਂਦੇ ਨੇ। ਪਾਵਨ ਬਾਣੀ 'ਚ ਇੱਕ ਵਚਨ ਹੈ, ਆਪਣੇ ਪੜ੍ਹਿਆ ਹੋਣਾ, ਸ਼ੁੱਧ ਜਦੋਂ ਹੋ ਜਾਂਦਾ ਸੋਨਾ ਉਦੋਂ ਟਿਕ ਜਾਂਦਾ ਹੈ। ਜਬ ਤੇ ਸ਼ੁੱਧ ਭਏ ਹੈ ਬਾਹਰ ਹੈ, ਤਬ ਤੇ ਥਾਨ ਥਿਰੋ। ਆਪਾਂ ਅੱਜ ਕੱਲ੍ਹ 24 ਕੈਰੇਟ ਮੰਨਦੇ ਨਾ ਲੋਕ, ਪੁਰਾਣਾ ਸ਼ਬਦ 12 ਵੰਨੀ, ਸੋਨਾ 12 ਵੰਨੀ ਸ਼ੁੱਧ ਹੈ। ਅਤੇ ਜਦੋਂ ਤੋਂ 12 ਵੰਨੀ ਇੱਕ ਪੈਮਾਨਾ ਸੁਨਾਰ ਦਾ, ਜਦੋਂ ਤੋਂ 12 ਵੰਨੀ ਸ਼ੁੱਧ ਸੋਨਾ ਹੋ ਜਾਂਦਾ ਹੈ ਉਦੋਂ ਸੋਨਾ ਟਿਕ ਜਾਂਦਾ ਹੈ। ਜਿੰਨਾ ਚਿਰ ਅਸ਼ੁੱਧ ਹੁੰਦਾ, ਮਿਲਾਵਟ ਹੁੰਦੀ ਹੈ, ਉਦੋਂ ਤੱਕ ਸੋਨਾ ਉਹ ਚੱਲਦਾ ਰਹਿੰਦਾ, ਘੁੰਮਦਾ ਰਹਿੰਦਾ। ਅਤੇ ਉਹਦੇ ਕੋਲ ਪਹਿਚਾਣ ਦੇ ਕਿ ਜਦੋਂ ਟਿਕ ਗਿਆ ਹੁਣ ਸ਼ੁੱਧ ਹੋ ਗਿਆ। ਸ਼ੁੱਧ ਹੋਏ ਸੋਨੇ ਨੂੰ ਫਿਰ ਆਪਣੇ ਖਜ਼ਾਨੇ 'ਚ ਪਾ ਸ਼ੁੱਧ ਪਏ ਹੈ ਬਾਹਰ ਹੈ, 12 ਵੰਨੀ ਸ਼ੁੱਧ ਹੋ ਗਿਆ, ਉਹ ਟਿਕ ਗਿਆ, ਖਜ਼ਾਨੇ ਪੈ ਗਿਆ। ਅਤੇ ਜਦੋਂ ਖੋਟਾ ਹੁੰਦਾ ਹੈ ਉਹ ਦੌੜਦਾ ਭੱਜਦਾ ਅਗਨੀ ਦੇ ਵਿੱਚ, ਕਿਉਂਕਿ ਇਹਦੇ 'ਚ ਮਿਲਾਵਟ ਹੈ ਨਾ, ਪਰੇਸ਼ਾਨ ਕਰਦੀ ਮਿਲਾਵਟ। ਕਹਿਣ ਲੱਗੀ ਇੱਥੇ ਮਿਲਾਪ ਮਿਲਦਾ ਹੈ ਸ਼ੁੱਧ ਨੂੰ, ਅਤੇ ਸ਼ੁੱਧ ਕਰਦਾ ਜੀ ਆਪ।
सोना अपने आप नहीं मिल सकता ना। सारी उम्र दो डलियां रखते हो, कदे मिलियां साढ़े घर सी गहने एक ही थां, हुण ते अलग अलग डब्बे ने। पुराने घरां 'च गुथलियां 'च पा के लोकां रखे हुंदे सी कि गुथलियां 'च पाए हुए 10-10 साल सोना आपस ਵਿੱਚ मिलिया कदे नहीं। सालों साल रख छड्डांगे अलग ही रहेगा, पर सुनार ਦੀ ਕੁਠਾਲ 'ਚ ਪੈਂਦਿਆਂ घड़ी भर ਦੇ ਵਿੱਚ ਇੱਕ ਹੋ ਜਾਏਗਾ। महाराज कहन लगे ਇੱਥੇ आ के बैठे जिथे भांडा हच्छा सोए जो तिस भाव सी, ਇੱਥੇ बैठे ना ਤੇ ਉਹਦੀ नदर पई, सतसंगत विच विचार वरती, शुद्ध हो गए, एक हो गए, आपे मेला। इत्थे आप मिलांदा दे शुद्धता दा पैमाना भी ਉਹਦਾ ਆਪਣਾ है ਤੇ शुद्धता ਦੀ नाप भी ਉਹਦੀ ਆਪਣੀ है। मत मैं कहां कि मैं बड़ा शुद्ध हाँ जी, नहीं, मेरे वर्गे कई आए। ਅਸੀਂ कदे कदे दावे करते हैं, देखो जी मेरे वर्गा शुद्ध पाठी कोई नहीं, मेरे वर्गा शुद्ध कीर्तनिया कोई नहीं होणगे, पर पैमाना ਉਹਦਾ ਆਪਣਾ है। वो ਜਿਹਦੇ सिर ते सोटी धर देणगे ਉਹੀ शुद्ध हो जाएगा, ਤੇ ਜਿਹਦੇ सिर ते किरपा की सोटी ना धरी गई वो आखी जे मैं शुद्ध हाँ, मैं शुद्ध हाँ, कोई कीमत नहीं पैंदी। आपे मिलै मिलाप आप दिंदा जे, साडे विकार कढ के, साडे अवगुण मिटा के, सानू शुद्ध करके वो आप मिलते मिलाते हैं। इसे करके जिहड़े पूर्ण शुद्ध हो जाते हैं तो जो किरपा की दृष्टि पैंदी ना, फिर मिलते पता किवें, सूरज किरण मिले। आपां तुक ते बहुत बार पढ़ी ना, सूरज किरण मिले जलका जल हुआ। जलका कहंदे ने, अज नूं पंजाबी च आपां गड़ा कहने आ। कदे कदे देखते ना फगण चेत विच आसमान तो गड़े वरदे ने, तो गड़े पए बहुत सारे इकट्ठे हो गए। थोड़ी देर बाद धुप लगी, धुप दी किरणां ना गड़ियां ते पईयां ते गड़े पिघलण लग पे। सूरज किरण मिले, जदों सूरज की किरण उन्हां ते मिलदी है तो जलका कित्थे चला जाता है, जल हुआ। वो जलका जिहड़ा बनिया सी, गड़ा बनिया सी, वो जल रूप हो जाता है। इसे तरह असीं तुसीं जिहड़े जलके हाँ, निक्के निक्के अलग अलग टुकड़े बने, मैं तू अपने अपने, मैं ज्ञानी, मैं कथावाचक, मैं आ ते मैं आ बने बैठे है ना। पर जदों साडे ते करते दी किरपा होएगी, उहदी किरपा दृष्टि पएगी, असीं शुद्ध हो जावांगे ते शुद्ध हुंदे ही उहदे विच समा जावांगे। जिन्हों कहंदे ने अमय दृष्ट शुभ करै, हरै अग पाप सकल मल। शुद्ध हो गए तो फिर उहदे समझो गुर ज्ञान और ध्यान तत् स्यों तत् मिलावै। जदों गुरु का ज्ञान ते ध्यान मिलता है तो फिर तत् ना तत् मिल जाता है। कहने लगे हर आपे मिल है, वो आप में लांदा है तो चितरना करै सो होई। जो वाहिगुरु जी ने करते ने हुंदा उही जे। साडे वर्गे सारे लोग इकट्ठे होके भी कुछ करना चाहण कि कर लवांगे, नहीं इसे नहीं कर पाओगे। सानू को भुलेखा जिहा पिया है कि देखो जी असीं आ करता, असीं आ करता, असीं आ करता, पर जदों असीं ज्ञान दृष्टि विच देखदे हां, जिन्ना चिर करते दा हुक्म नहीं हुंदा उन्ना चिर एक पत्ता भी नहीं हिलदा। पर साडे अध्यात्मी, साडे वडेरे महाराज बार बार ये गल कहिंदे ने कि तेरी हैसियत सिर्फ इतनी कु है जिवें कठपुतली दी हुंदी है। ते जिहड़े इत्थे इस राह ते तुर पैंदे ने फिर शांत होण लग पैंदे ने, उन्हां दी बेचैनियां घटण लग पैंदियां ने, ते जिहड़े नहीं मैं करूँगा वो परेशान हुंदे ने। असीं पढ़े है बाबा कबीर सद राही बचन मिलदा, ना हम किया ना करेंगे, ना कर सके शरीर। वो भाई ना तो मैं कुछ कीता जे, ते ना मेरे विच इन्नी ताकत है कि मैं कुछ कर सकां। तो फिर लोकां पुछया होया तो बड़ा कुछ है ना, महिमा तो तेरी हो रही। कबीर कहने लगे ना हम किया ना करेंगे, ना कर सके शरीर, क्या जानो कुछ हर किया। मैनू की पता कि प्रभु ने कीता, ये तो प्रभु का खेल है। असीं तुसीं इहो जे वरते घर परिवार के करतबां नूं कहांगे, देखिया मेरी सियाणप कितना वधिया इवेंट हो गया, देखिया मेरी सियाणप कितना वधिया प्रबंध किया। असीं अपनी सियाणप दे अपनी पिठ थप थपाने एक दूजे नूं कहने बल्ले बल्ले, पर भगत कहंदे नहीं महाराज की किरपा हुई, बहुत वधिया हो गया। असां सब तो उत्तम दृष्टांत देखना होवे ना, तो अस बहुती दूर तो नहीं हाँ। पौंटा सब तो भंगाणी का मुकाम, कदे उस पासे जाना, इमेजिन करना कि इत्थे दशमेश का पहला जंग होया,
ਇੱਥੇ ਪਾਤਸ਼ਾਹ ਸਭ ਦੇ ਪਿਆਰੇ ਸੰਗੋ ਸ਼ਾਹ ਜੀ ਹੁਣੀ ਇੱਥੇ ਸ਼ਹੀਦ ਹੋਏ ਨੇ। ਇੱਥੇ ਉਹ ਕਰਤੱਵ ਵਰਤੇ ਨੇ ਜੋ ਸੰਸਾਰ ਦੇ ਵਿੱਚ ਲੋਕਾਂ ਵਾਸਤੇ ਅਚੰਭਾ ਸੀ ਕਿ ਇੱਕ ਹਲਵਾਈ ਵੀ ਲੜ ਸਕਦਾ ਹੈ, ਇੱਕ ਸਾਧੂ ਵੀ ਆ ਕੇ ਵੱਡੇ ਪਠਾਨ ਦਾ, ਵੱਡੇ ਜੰਗਜੂ ਬਹਾਦਰ ਦਾ ਸਿਰ ਫੇ ਸਕਦਾ ਹੈ। ਇੱਥੇ ਸਭ ਕੁਝ ਹੋਇਆ ਜੋ ਦੁਨੀਆ ਕਿਸੇ ਕਿੱਦਾਂ ਹੋ ਸਕਦਾ ਹੈ, ਪਰ ਇੱਥੇ ਹੋਇਆ। ਪਤਾ ਕਿਉਂ? ਗੁਰੂ ਵਿੱਚ ਖੜੇ ਨੇ, ਗੁਰੂ ਆਪ ਕਰਵਾ ਰਹੇ ਨੇ, ਗੁਰੂ ਨਿਗਾਹ ਪਾਉਂਦੇ ਨੇ। ਅਤੇ ਇੱਕ ਸਮਾਧੀਆਂ ਲਾਉਣ ਵਾਲਾ, ਚੌਕੜੀਆਂ ਲਾਉਣ ਵਾਲਾ ਸਾਧ ਵੀ ਕੁਤਕਾ ਲੈ ਕੇ ਜਾਂਦਾ ਹੈ। ਅਤੇ ਬਹੁਤ ਵੱਡੇ ਇੱਕ ਸਿਪਾਹ ਸਲਾਰ ਦਾ ਜੋ ਆਪਣੇ ਆਪ ਨੂੰ 100 ਬੰਦੇ ਦਾ ਸ਼੍ਰੋਮਣੀ ਮੰਨਦਾ ਹੈ, ਉਹਦਾ ਸਿਰ ਫੇ ਦਿੰਦਾ ਹੈ। ਦੂਸਰਾ ਬੰਦੇ 'ਤੇ ਗੁਰੂ ਦੀ ਦ੍ਰਿਸ਼ਟੀ ਪੈਂਦੀ ਹੈ। ਇੱਕ ਹਲਵਾਈ ਜੋ ਸਾਰਾ ਦਿਨ ਬੈਠਾ ਵਿਚਾਰਾ ਮਠਿਆਈ ਘੁੱਟਦਾ ਰਹਿੰਦਾ ਹੈ, ਜਿਹਨੂੰ ਤੁਰਨਾ ਔਖਾ ਹੁੰਦਾ ਹੈ, ਉਹ ਮੈਦਾਨੇ ਜੰਗ ਜਾਂਦਾ ਹੈ, ਦੂਜੇ ਦਾ ਸਿਰ ਵੱਢ ਕੇ ਆ ਜਾਂਦਾ ਹੈ। ਇਹ ਉਹ ਕਰਤੱਵ ਨੇ ਜਿਨ੍ਹਾਂ 'ਤੇ ਗੁਰੂ ਦੀ ਦ੍ਰਿਸ਼ਟੀ ਪੈਂਦੀ ਹੈ। ਜਿਹਨੂੰ ਅਸੀਂ ਪੜ੍ਹਿਆ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਉਹ ਜਿਨ੍ਹਾਂ 'ਤੇ ਨਿਗਾਹ ਪਾ ਦੇਵੇ ਨਾ, ਉਹ ਵੱਡੇ ਵੱਡੇ ਸੂਰਮਿਆਂ ਦੇ ਸਿਰ ਵੱਢ ਕੇ ਰੱਖ ਦਿੰਦੇ ਨੇ। ਇਹ ਕਰਤੱਵ ਨੇ ਨਾ। ਹੁਣ ਇੰਨਾ ਕੁਛ ਇੱਥੇ ਹੋਇਆ, ਜਿੱਤ ਹੋਈ, ਫਤਿਹ ਹਾਸਲ ਹੋਈ। ਸਾਡੇ ਤੁਹਾਡੇ ਵਰਗਾ ਕਹਿੰਦਾ ਦੇਖਿਆ ਅਸੀਂ ਜਿੱਤ ਗਏ, ਅਤੇ ਉਹ ਦਾਤੇ ਨੇ ਕੀ ਗਾਇਆ? ਭਾਈ ਜੀਤ ਮੇਰੀ, ਜਿੱਤੇ ਸਾਡੀ ਉੱਪਰ ਕਿੱਦਾਂ ਹੋਈ? ਕਿਰਪਾ ਕਾਲ ਤੇਰੀ। ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਤੇਰੀ ਕਰਕੇ, ਤੇਰੀ ਰਹਿਮਤ ਕਰਕੇ ਆ ਫਤਿਹ ਹਾਸਲ ਹੋਈ ਹੈ। ਸ਼ਾਇਦ ਇਸੇ ਕਰਕੇ ਅਜੇ ਵਿਚਾਰਵਾਨਾਂ ਦੀ ਦ੍ਰਿਸ਼ਟੀ 'ਚ ਇੱਕ ਵਿਚਾਰ ਹੋਵੇਗਾ, ਆਪ ਸਿਆਣੇ ਉਸ ਕੋਸ਼ਿਸ਼ ਕਰਨਾ। ਅਸੀਂ ਪੜ੍ਹਦੇ ਹਾਂ ਗੁਰਪ੍ਰਸਾਦ, ਪੜ੍ਹਦੇ ਹਾਂ ਨਾ ਇੱਕ ਓੰਕਾਰ ਸਤ ਗੁਰਪ੍ਰਸਾਦ, ਪਰ ਦਸ਼ਮੇਸ਼ ਕੀ ਲਿਖਦੇ ਨੇ? ਤਉ ਪ੍ਰਸਾਦ। ਬਹੁਤ ਨੇੜੇ ਲੈ ਜਾਂਦੇ ਨੇ ਸਾਨੂੰ। ਅਕਾਲ ਪੁਰਖ ਵਾਹਿਗੁਰੂ ਜੀ ਦੇ ਇੰਨਾ ਨੇੜੇ ਲੈ ਗਏ, ਕਿਉਂਕਿ ਗੁਰੂ ਕਹਿਣ, ਅਸੀਂ ਤਾਂ ਕਹਿੰਦੇ ਹਾਂ ਜੋ ਕੁਛ ਬਣਿਆ ਗੁਰੂ ਦੀ ਕਿਰਪਾ ਨਾਲ ਬਣਿਆ। ਅਤੇ ਗੁਰੂ ਜਦ ਕਹਿ ਰਹੇ ਨੇ ਕਿਹਦੀ ਕਿਰਪਾ ਨਾਲ ਹੋਇਆ, ਤਾਂ ਕਹਿਣਗੇ ਇਹ ਪ੍ਰਭੂ ਤੇਰੀ ਕਿਰਪਾ ਨਾਲ ਹੋਇਆ। ਤਦ ਤਉ ਪ੍ਰਸਾਦ ਕਹਿ ਰਹੇ ਨੇ। ਅਸੀਂ ਤੇ ਉਚਾਰਨ 'ਤੇ ਲੜੀ ਜਾਂਦੇ, ਤਵੈ ਪ੍ਰਸਾਦ ਕਹਿਣਾ ਕਿ ਤਉ ਪ੍ਰਸਾਦ ਕਹਿਣਾ। ਅਸੀਂ ਤੇ ਨਾਦਾਨ ਪ੍ਰਾਇਮਰੀ ਦੇ ਬੱਚਿਆਂ ਵਾਂਗ ਇੱਕ ਦੂਜੇ ਦੇ ਸਿਰ ੜਾ ਬੈਂਦੇ ਹਾਂ। ਤੇਰੀ ਕਿਰਪਾ ਦੇ ਨਾਲ ਹੋਇਆ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ। ਹੁਣ ਅਸੀਂ ਬੈਠੇ ਹਾਂ, ਮਤ ਖਿਆਲ ਕਰਨਾ ਮੇਰੀ ਹਿਕਮਤ ਕਿ ਤੇਰੀ ਹਿਕਮਤ ਹੈ। ਸਾਡੀ ਤੁਹਾਡੀ ਹਿਕਮਤ ਸਿਆਣਪ ਨਹੀਂ ਹੈ। ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਏ। ਕਹਿਣ ਲੱਗੇ ਕਰੈ ਸੋ ਹੋਈ ਰਾਮ, ਜੋ ਉਹ ਕਰਦੇ ਨੇ ਵਾਹਿਗੁਰੂ ਹੁੰਦਾ ਹੋਈ ਜੇ। ਇਸੇ ਕਰਕੇ ਆਪਾਂ ਤੇ ਕਦੇ ਕਦੇ ਕਹੀ ਨਾ, ਸਾਨੂੰ ਸਤਿਗੁਰੂ ਨਾਨਕ ਜੀ ਨੇ ਦੱਸਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪਤੇ। ਫਿਰ ਕੀ ਕਰੀਏ? ਕਹਿਣ ਲੱਗੇ ਇੱਥੇ ਪਹੁੰਚ, ਜੋ ਹਰ ਪ੍ਰਭ ਭਾਵੈ, ਜੋ ਹਰ ਪ੍ਰਭ ਜੀ ਨੂੰ ਚੰਗਾ ਲੱਗਦਾ ਹੈ, ਸੋਈ ਹੋਵੈ ਉਹੀ ਹੁੰਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਹਰ ਪ੍ਰਭ ਭਾਵੈ ਸੋਈ ਹੋਵੈ, ਅਵਰ ਨਾ ਕਰਨਾ ਜਾਈ। ਹੋਰ ਕਿਸੇ 'ਚ ਕੋਈ ਤਾਕਤ ਨਹੀਂ ਜੇ ਕੋਈ ਕੁਝ ਕਰ ਸਕੇ। ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੈ ਬਖਸ਼। ਕਹਿਣ ਲੱਗੇ ਉਹ ਕੋਈ ਕੁਛ ਨਹੀਂ ਸੀ ਕਰ ਸਕਦਾ। ਬਹੁਤ ਸਿਆਣਪ ਲਿਆ ਨਾ ਜਾਈ, ਬੜੀ ਸਿਆਣਪ ਕੀਤੀ, ਪਰ ਕੀ ਪ੍ਰਮਾਤਮਾ ਨੂੰ ਭਾਲੋਗੇ ਨਹੀਂ। ਸਹਿਸ ਸਿਆਣਪਾਂ ਲੱਖ ਹੋਹੇ, ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਕਰ ਥਾਕੇ ਸਭ ਚੁਤਰਾਈ, ਬੜੇ ਵੱਡੇ ਵੱਡੇ ਚੁਤਰਾਈਆਂ ਚਲਾਕੀਆਂ ਅੱਖਾਂ ਮੀਟ ਕੇ ਬਹਿ ਗਏ। ਕੋਈ ਪੁੱਠਾ ਲੱਟ ਕੇ ਬੈਠਾ, ਕੋਈ ਸਮਾਧੀਆਂ ਲਾ ਕੇ ਬੈਠਾ, ਪਰ ਇੱਦਾਂ ਪ੍ਰਭੂ ਨਹੀਂ ਜੀ ਮਿਲਦਾ। ਕਰ ਥਾਕੇ ਸਭ ਚੁਤਰਾਈ, ਸਭ ਚੁਤਰਾਈਆਂ ਕਰਕੇ ਬੈਠ ਕੇ ਨਹੀਂ ਮਿਲਿਆ। ਕਿੱਦਾਂ ਮਿਲਿਆ ਬਾਬਾ? ਕਹਿਣ ਲੱਗੇ ਗੁਰਪ੍ਰਸਾਦ ਜਨ ਨਾਨਕ ਦੇਖਿਆ। ਗੁਰਦੇਵ ਦੀ ਕਿਰਪਾ ਹੋਈ ਅਤੇ ਮਹਾਰਾਜ ਆਪਣਾ ਇੱਥੇ ਨਾਂ ਲੈਂਦੇ ਨੇ, ਚੌਥੀ ਪਾਤਸ਼ਾਹੀ ਸਾਹਿਬ ਜੀ। ਕਹਿਣ ਲੱਗੇ ਗੁਰੂ ਸਾਹਿਬ ਦੀ ਕਿਰਪਾ ਹੋਈ ਅਤੇ ਸਾਨੂੰ ਤੇ ਪ੍ਰਤੱਖ ਦਿਸ ਪਿਆ। ਜਨ ਨਾਨਕ ਦੇਖਿਆ, ਅਸਾਂ ਦੇਖ ਲਿਆ। ਅਸੀਂ ਕਹਿ ਨਹੀਂ ਪਾਵਾਂਗੇ, ਪਰ ਗੁਰੂ ਸਾਹਿਬ ਤੇ ਕਹਿੰਦੇ ਨਾ, ਮੈਂ ਪੇਖਿਓ ਰੀ ਮੋਹਨ ਉੱਚਾ, ਸਭਨਾਂ ਤੇ ਉੱਚਾ ਮੈਂ ਦੇਖਿਆ। ਦਾਵਾ ਨਹੀਂ ਹੈ ਦੂਜਾ, ਪਰ ਦੇਖਿਆ ਜੇ। ਕਿੱਦਾਂ ਦਾ ਦੇਖਿਆ? ਸੋਹਣੇ ਨੱਕ ਜਿਨ ਲੰਬੜੇ ਵਾਲਾ ਮੈਂ ਦੇਖਿਆ ਹੈ, ਬਹੁਤ ਸੁੰਦਰ ਹੈ, ਬੜਾ ਪਿਆਰਾ ਹੈ। ਪਰ ਚੇਤਾ ਰੱਖਣਾ, ਇਹ ਦਿਸਦਾ ਹੀ ਉਹਨਾਂ ਨੂੰ ਹੈ ਜਿਹਦਾ ਵਿਜ਼ਨ ਖੁੱਲ੍ਹ ਜਾਂਦਾ ਹੈ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਆ ਸਾਰੇ ਉਹਦਾ ਹੀ ਰੂਪ ਬੈਠੇ ਆ।
कह लगे गुर प्रसाद जन नानक देखिया मैं हर बिन अवर न कोई। हुण समझ आ गई, ये सोझी आ गई, ये देख लिया है कि इत्थे गोबिंद तो बिना, परमात्मा तो बिना होर कोई नहीं। असीं झगड़ा पा बैठे मैं ते तूं दा, चंगे ते मंदे दा, औरत ते मर्द दा, पर वो कहते ने सब गोबिंद है, सब गोबिंद है, गोबिंद बिन नहीं कोई। कह लगे गुर प्रसाद जन नानक देखिया मैं हर बिन अवर न कोई। क्योंकि कहोगे हर आपे, हर आपे पुरख निरंजन सोई। सब कुछ आपे आप है, आपे आप ही वरत रहे है। सारे रूपां दे विच खुलासा कदे पढ़न दा समां आ जाए ते राग सुरठ विच भी चौथे पातशाह दे बचन आपे कंडा तोल तराजी प्रभापे तोल तुलिया। बहुत विस्तार महाराज ने उत्थे कीते। गुरुदेव किरपा करन कि असीं इस गल नूं समझ सकीए, साडे चों द्वैत ते दुई मिट जाए ते एको है भाई, एको है साहिब मेरा, एको है जी गल समझ आ जाए। इतने को बचन प्रवान करना, भुल चुक दी खिमा, आसीस ते प्यार दिंदियां फतेह बुलावना जी। वाहिगुरू जी का खालसा, वाहिगुरू जी की फतेह।